ਖਾਸ ਖਬਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਆ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ। ਚੰਡੀਗੜ੍ਹ ਦਾ ਮੁੱਦਾ ਇੱਕ ਵਾਰੀ ਫਿਰ ਉੱਭਰ ਕੇ ਸਾਹਮਣੇ ਆ ਰਿਹਾ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਇੱਕ ਨਵੀਂ ਢੁੱਚਰ ਢਾ ਦਿੱਤੀ ਹੈ। ਉਸ ਤੇ ਗੱਲਬਾਤ ਕਰਾਂਗੇ। ਤਾਂ ਦੂਸਰਾ ਮੁੱਦਾ ਇਹ ਹੈ ਵੀ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਛੁੱਟੀ ਹੋ ਗਈ ਹੈ ਪ੍ਰਧਾਨਗੀ ਤੋਂ। ਤਾਂ ਚਰਚਾ ਛਿੜੀ ਹੋਈ ਹੈ ਕਿ ਇਹਦੇ ਪਿੱਛੇ ਕਿਤੇ ਅਕਾਲੀ ਦਲ ਤਾਂ ਨਹੀਂ। ਇਸ ਮੁੱਦੇ ਤੇ ਗੱਲਬਾਤ ਕਰਾਂਗੇ। ਪਹਿਲੀ ਖਬਰ ਵੱਲ ਆਉਂਦੇ ਹਾਂ। ਹਿਮਾਚਲ ਪ੍ਰਦੇਸ਼ ਨੇ ਚੰਡੀਗੜ੍ਹ, ਜਿਹਨੂੰ ਯੂਟੀ ਵੀ ਕਿਹਾ ਜਾਂਦਾ ਹੈ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਵੀ ਕਿਹਾ ਜਾਂਦਾ ਹੈ, ਉਸ ਦੇ ਉੱਤੇ ਆਪਣਾ ਹੱਕ ਲੈਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਸੁਖਵਿੰਦਰ ਸੁੱਖੂ ਜਦੋਂ ਦੇ ਹਿਮਾਚਲ ਦੇ ਮੁੱਖ ਮੰਤਰੀ ਬਣੇ ਨੇ ਉਦੋਂ ਦੀ ਹੀ ਇਹ ਜਿਹੜੀ ਸ਼ਿਰਕਤ ਆ ਉਹ ਸ਼ੁਰੂ ਹੋਈ ਆ। ਉਦੋਂ ਇਹ ਨਵਾਂ ਜਿਹੜਾ ਪੰਗਾ ਉਹ ਛੇੜ ਦਿੱਤਾ ਆ। ਅੱਗੇ ਕਦੇ ਹਿਮਾਚਲ ਨੇ ਕੋਈ ਇਹੋ ਜਿਹੀ ਗੱਲ ਨਹੀਂ ਸੀ ਕੀਤੀ। ਹਾਲਾਂਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਗੱਲ ਕਰ ਲਈ ਜਾਵੇ ਤਾਂ ਉੱਥੇ ਜ਼ਰੂਰ ਚਲੋ ਸਾਂਝੀਵਾਲਤਾ ਵਾਲੀ ਜਿਹੜੀ ਗੱਲ ਜੋ ਕਿ ਉਹਦਾ ਕਾਨੂੰਨ ਬਣਿਆ ਹੋਇਆ ਸੀ, ਜੋ ਉਹਦਾ ਸੰਵਿਧਾਨ ਬਣਿਆ ਹੋਇਆ ਸੀਗਾ, ਜਿਸ ਤਰੀਕੇ ਦੀਆਂ ਉਹ ਕਮੇਟੀਆਂ ਕਾਇਮ ਸੀ ਤਾਂ ਉਹਦੇ ਵਿੱਚ ਹਰਿਆਣਾ, ਹਿਮਾਚਲ ਜਾਂ ਦਿੱਲੀ ਦਾ ਕੀ ਹਿੱਸਾ ਸੀ ਉਹ ਸਭ ਕੁਝ ਤਾਂ ਤੈਅ ਸੀਗਾ। ਪਰ ਆਹ ਜਿਹੜੀ ਚੰਡੀਗੜ੍ਹ ਵਾਲਾ ਨਵਾਂ ਸ਼ੋਸ਼ਾ ਸ਼ਗੂਫਾ ਛੱਡ ਦਿੱਤਾ ਆ, ਇਹ ਹਰੇਕ ਨੂੰ ਹੈਰਾਨ ਕਰੀ ਜਾਂਦਾ ਹੈ ਕਿ ਇਹ ਕੀ ਗੱਲ ਹੋ ਰਹੀ ਆ। ਹੁਣ ਕਾਹਦਾ ਹੱਕ ਬਣਦਾ ਪਿਆ ਆ ਚੰਡੀਗੜ੍ਹ ਦੇ ਉੱਤੇ, ਕਿਉਂ ਇਹ ਸ਼ਗੂਫਾ ਜਿਹੜਾ ਆ ਉਹ ਛੱਡਿਆ ਜਾ ਰਿਹਾ ਹੈ। ਤਾਂ ਇਸ ਬਾਰੇ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇੱਕ ਬਿਆਨ ਆਇਆ ਸਾਹਮਣੇ। ਉਹ ਬਿਆਨ ਸੀ ਕਿ ਪੰਜਾਬ ਪੁਨਰਗਠਨ ਐਕਟ 1966 ਵਿੱਚ ਸਾਫ਼ ਤੌਰ ਦੇ ਉੱਤੇ ਹਿਮਾਚਲ ਪ੍ਰਦੇਸ਼ ਦੀ 7.19% ਦੀ ਹਿੱਸੇਦਾਰੀ ਦੇ ਹੱਕ ਦਾ ਜ਼ਿਕਰ ਹੈ, ਪਰ ਸੂਬੇ ਨੂੰ ਸ਼ੁਰੂ ਤੋਂ ਹੀ ਇਸ ਹੱਕ ਤੋਂ ਵਾਂਝਿਆ ਰੱਖਿਆ ਗਿਆ ਆ। ਇਹ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨਾਲ ਬੇਇਨਸਾਫੀ ਹੈ। ਹਾਲਾਂਕਿ ਭਗਵੰਤ ਮਾਨ ਜਦੋਂ ਇਹੋ ਜਿਹੀ ਪਹਿਲਾਂ ਵੀ ਸ਼ਿਰਕਤ ਛਿੜੀ ਹੈ ਤੇ ਉਹ ਜਵਾਬ ਦੇ ਚੁੱਕੇ ਨੇ, ਉਹ ਕਹਿ ਚੁੱਕੇ ਨੇ, ਪਰ ਇਸ ਦੇ ਬਾਵਜੂਦ ਵੀ ਕਿਉਂਕਿ ਇੱਕ ਜਿਹੜਾ ਗੁਆਂਢੀ ਕਹਿੰਦੇ ਚੰਗਾ ਹੋਵੇ ਨਾ ਤੇ ਉਹਦੇ ਨਾਲ ਫਿਰ ਉਹਦੀ ਸਿਫਤ ਕਰਨੀ ਬਣਦੀ ਆ। ਤੇ ਹੁਣ ਕਹਿੰਦੇ ਨਾ ਲਾਈ ਲੱਗ ਨਾ ਹੋਵੇ ਘਰ ਵਾਲਾ ਤੇ ਚੰਦਰਾ ਗਵਾਂਢ ਨਾ ਹੋਵੇ। ਤੇ ਹੁਣ ਜੇ ਗੁਆਂਢੀ ਉੱਠ ਕੇ ਇਹੋ ਜਿਹੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਫਿਰ ਦੁੱਖ ਤਾਂ ਹੁੰਦਾ ਹੀ ਆ ਵੀ ਇਹ ਪਹਿਲਾਂ ਹਰਿਆਣਾ ਸੀਗਾ, ਉਹ SYL ਦਾ ਪੰਗਾ ਪਾ ਕੇ ਬੈਠਾ ਰਹਿੰਦਾ ਤੇ ਹੁਣ ਇਹ ਨਵਾਂ ਸ਼ਰੀਕ ਜਿਹੜਾ ਹੋਰ ਉੱਠ ਖੜਿਆ ਕਿ ਜਿਹੜਾ ਕੋਈ ਨਾ ਕੋਈ ਨਵੀਂ ਜਿਹੜੀ ਚੁੰਝਲ ਆ ਉਹ ਛੇੜੀ ਰੱਖਦੇ ਆ। ਤਾਂ ਹੁਣ ਇਹ ਜਿਹੜੀ ਹਿੱਸੇਦਾਰੀ ਹੈ ਉਹ ਕਿਹਾ ਇਹ ਹੈ ਕਿ ਹਿਮਾਚਲ ਪ੍ਰਦੇਸ਼ ਸਰਕਾਰ ਚੰਡੀਗੜ੍ਹ ਵਿੱਚ 7.9% ਦੀ ਹਿੱਸੇਦਾਰੀ ਦੇ ਅਧਿਕਾਰੀ ਸਮੇਤ ਆਪਣੇ ਸਾਰੇ ਹੱਕਾਂ ਨੂੰ ਹਾਸਲ ਕਰਨ ਲਈ, ਕਿਹੜੇ ਹੱਕ ਜਿਹੜੇ ਕਹਿੰਦੇ ਜੀ ਬਣਦੇ ਹੱਕ ਆ, ਤੇ ਬਣਦੇ ਹੱਕਾਂ ਨੂੰ ਹਾਸਲ ਕਰਨ ਲਈ ਸਾਰੇ ਲੋੜੀਂਦੇ ਮੰਚਾਂ ਤੋਂ ਆਪਣੀ ਆਵਾਜ਼ ਚੁੱਕ ਰਹੀ ਹੈ। ਸੁੱਖੂ ਨੇ ਕਿਹਾ ਕਿ ਇਸ ਮੁੱਦੇ ਤੇ ਸਾਰੂ ਪਹਿਲੂਆਂ ਦੇ ਉੱਤੇ ਗੌਰ ਕਰਨ ਅਤੇ ਰਿਪੋਰਟ ਦਾਖਲ ਕਰਨ ਲਈ ਇੱਕ ਮੰਤਰੀ ਮੰਡਲ ਉਪ ਕਮੇਟੀ ਦਾ ਗਠਨ ਕੀਤਾ ਗਿਆ ਆ ਤੇ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਰਿਪੋਰਟ ਦੇ ਸਿੱਟੇ ਅਤੇ ਸਿਫਾਰਿਸ਼ਾਂ ਤੇ ਵਿਚਾਰ ਕਰਨ ਤੋਂ ਬਾਅਦ ਅੱਗੇ ਦੇ ਕਦਮ ਤੇ ਫੈਸਲਾ ਲਵੇਗੀ। ਇੱਕ ਗੱਲ ਜੇ ਦੇਖੀ ਜਾਵੇ ਨਾ, ਹੁਣ ਚੰਡੀਗੜ੍ਹ ਸਾਡੇ ਪੰਜਾਬ ਦੀ ਰਾਜਧਾਨੀ ਹੈ। ਹਾਲਾਂਕਿ ਜਦੋਂ ਨਵਾਂ ਚੰਡੀਗੜ੍ਹ ਜਦੋਂ ਬਣਾਇਆ ਗਿਆ ਸੀ ਉਸ ਤੋਂ ਬਾਅਦ ਜਦੋਂ ਪੁਨਰਗਠਨ ਹੋਇਆ 1 ਨਵੰਬਰ 1966 ਨੂੰ, ਉਸ ਤੋਂ ਬਾਅਦ ਚੰਡੀਗੜ੍ਹ ਰਾਜਧਾਨੀ ਪੰਜਾਬ ਦੀ ਬਣਨਾ ਚਾਹੀਦਾ ਸੀਗਾ। ਪਰ ਅਫਸੋਸ ਇਹ ਹੈ ਕਿ ਚੰਡੀਗੜ੍ਹ ਜਿਹੜਾ ਆ ਉਹ ਰਾਜਧਾਨੀ ਬਣਿਆ ਨਹੀਂ ਔਰ ਇਹਦੇ ਪਿੱਛੇ ਬਹੁਤ ਸਾਰਾ ਰੇੜਕਾ ਸੀ। ਔਰ ਅਨੰਦਪੁਰ ਸਾਹਿਬ ਦੇ ਮਤੇ ਦੀ ਵੀ ਗੱਲ ਕੀਤੀ ਜਾਵੇ ਨਾ ਤੇ ਉਹਦੇ ਵਿੱਚ ਵੀ ਇਹ ਗੱਲ ਚੁੱਕੀ ਗਈ ਸੀ। ਔਰ ਉਸ ਸਮੇਂ ਦੀ ਕਾਂਗਰਸ ਲੀਡਰਸ਼ਿਪ ਦੀ ਇਹ ਵੱਡੀ ਬੇਈਮਾਨੀ ਇਤਿਹਾਸ ਦੇ ਵਿੱਚ ਸਾਹਮਣੇ ਆਉਂਦੀ ਆ ਕਿ ਉਹਨਾਂ ਨੇ ਪੰਜਾਬ ਦੇ ਨਾਲ ਕੇਂਦਰੀ ਲੀਡਰਸ਼ਿਪ ਵਿੱਚ ਹੁੰਦਿਆਂ ਹੋਇਆਂ, ਕਿਉਂਕਿ ਕਾਂਗਰਸ ਹੀ ਰਹੀ ਹੈ ਲੰਬਾ ਅਰਸਾ, 70 ਸਾਲਾਂ ਤੱਕ ਇਸ ਪਾਰਟੀ ਨੇ ਸਮਝ ਲਓ ਵੀ 7 ਦਹਾਕੇ ਰਾਜ ਕੀਤਾ ਤੇ ਉਹਨਾਂ ਦੇ ਵੱਲੋਂ ਪੰਜਾਬ ਦੇ ਨਾਲ ਇਹ ਧੱਕੇਸ਼ਾਹੀ ਕੀਤੀ ਗਈ ਔਰ ਪੰਜਾਬ ਨੂੰ ਬਲਦੀ ਦੇ ਬੂਥੇ ਵੀ ਕਈ ਵਾਰ ਜਿਹੜਾ ਆ ਉਹ ਪਾਇਆ ਗਿਆ ਤੇ ਉਹ ਜਿਹੜੇ ਕੰਡੇ ਬੀਜੇ ਆ ਉਹ ਪੰਜਾਬ ਨੂੰ ਅਜੇ ਚੁਗਣੇ ਪੈ ਰਹੇ ਆ। ਹਜੇ ਤੱਕ ਪੰਜਾਬ ਦੀਆਂ ਹੱਕੀ ਮੰਗਾਂ ਦੇ ਉੱਤੇ ਕੇਂਦਰ ਨੇ ਕਦੇ ਗੌਰ ਨਹੀਂ ਕੀਤਾ। ਇੱਥੋਂ ਤੱਕ ਕਿ ਆ ਜਿਹੜੇ ਭਾਈਵਾਲ ਅਕਾਲੀ ਸੀਗੇ ਇਹਨਾਂ ਨੇ ਵੀ ਕੋਈ ਗੱਲ ਨਹੀਂ ਅਜਿਹੀ ਕੀਤੀ ਕਿ ਪੰਜਾਬ ਨੂੰ ਉਹਨਾਂ ਦੇ ਬਣਦੇ ਹੱਕ ਮਿਲ ਸਕਦੇ। ਸਿਰਫ ਕੁਰਸੀ ਦੇ ਲਾਲਚ ਵਿੱਚ ਅੱਖਾਂ ਨੂੜ ਕੇ ਤੇ 25 ਸਾਲ ਰਾਜ ਕਰਨ ਦੇ ਦਮਗਜ਼ੇ ਮਾਰ ਕੇ ਤੇ ਚਲੋ ਬਾਬਾ ਜੀ
ਸਿਆਸਤ ਤੋਂ ਹਮੇਸ਼ਾ ਲਈ ਦੁਨੀਆ ਤੋਂ ਵੀ ਰੁਖਸਤ ਹੋ ਗਏ। ਪਰ ਕੀ ਕਿਹਾ ਜਾਵੇ, ਅੱਜ ਅਕਾਲੀ ਦਲ ਦਾ ਹਾਲ ਕਿੱਥੇ ਆ ਕੇ ਖੜਾ ਹੋਇਆ। ਤਾਂ ਗੱਲ ਇੱਥੇ ਆਉਂਦੀ ਹੈ ਕਿ ਕੋਈ ਵੀ ਖਿੱਤਾ ਹੋਵੇ, ਰਾਜਧਾਨੀ ਉਸ ਦਾ ਮੁਹਾਂਦਰਾ ਹੁੰਦੀ ਆ। ਇਸ ਟਾਈਮ ਭਾਰਤ ਵਿੱਚ ਕੋਈ ਸੂਬਾ ਅਜਿਹਾ ਨਹੀਂ ਜਿਸ ਦੇ ਕੋਲੇ ਉਸ ਦੀ ਰਾਜਧਾਨੀ ਨਹੀਂ ਹੈ, ਪਰ ਸਾਡਾ ਇੱਕੋ ਇੱਕ ਸੂਬਾ ਪੰਜਾਬ ਹੈ ਜਿਹਦੇ ਕੋਲ ਉਸ ਦੀ ਰਾਜਧਾਨੀ ਨਹੀਂ ਹੈ। ਹਾਲਾਂਕਿ ਇਹਦੇ ਪਿੱਛੇ ਹੁਣ ਹਰਿਆਣੇ ਨਾਲ ਜਿਹੜਾ ਰੇੜਕਾ ਆ ਉਹ ਲਗਾਤਾਰ ਪਿਆ ਹੋਇਆ। ਤਾਂ ਕਹਿੰਦੇ ਨੇ ਜਿਸ ਖਿੱਤੇ ਦੀ ਰਾਜਧਾਨੀ ਉਸ ਦਾ ਮੁਹਾਂਦਰਾ ਹੁੰਦੀ ਆ ਤੇ ਇਹ ਉਸ ਕੌਮ ਦੀ ਸਿਆਸੀ, ਸਮਾਜਿਕ, ਸੱਭਿਆਚਾਰ ਸਰਗਰਮੀਆਂ ਦਾ ਕੇਂਦਰ ਵੀ ਹੁੰਦੀ ਹੈ। ਜਿਹੜੀ ਕੌਮ ਕੋਲੇ ਹੋਵੇ, ਪੰਜਾਬੀ ਕੌਮ ਆ ਸਾਡੀ, ਪਰ ਜੇ ਕਿਸੇ ਕੌਮ ਨੂੰ ਉਸ ਦੀ ਰਾਜਧਾਨੀ ਦੇ ਨਾਲੋਂ ਵੱਖ ਕਰ ਦਿੱਤਾ ਜਾਵੇ ਤਾਂ ਲਾਜ਼ਮੀ ਉਸ ਕੌਮ ਦੇ ਵਿਕਾਸ ਵਿੱਚ ਰੁਕਾਵਟ ਆਉਣੀ ਤੈਅ ਆ। ਪੰਜਾਬ ਦੇ ਮਾਮਲੇ ਵਿੱਚ ਵੀ ਅਜਿਹਾ ਹੋਇਆ ਹੈ। ਪਹਿਲਾਂ 1947 ਦੀ ਵੰਡ ਨੇ ਪੰਜਾਬ ਦੇ ਟੋਟੇ ਕੀਤੇ ਤੇ ਸਿਆਸੀ ਸੱਭਿਆਚਾਰਕ ਸਰਗਰਮੀਆਂ ਦਾ ਗੜ੍ਹ ਲਾਹੌਰ ਲਹਿੰਦੇ ਪੰਜਾਬ ਵਿੱਚ ਰਹਿ ਗਿਆ। ਪੰਜਾਬ ਦੇ ਕਰੋੜਾਂ ਲੋਕਾਂ ਨੂੰ ਇਸ ਸਿਆਸੀ ਸੱਭਿਆਚਾਰਕ ਕੇਂਦਰ ਤੋਂ ਵੱਖ ਕਰ ਦਿੱਤਾ ਗਿਆ ਤੇ ਮਗਰੋਂ ਭਾਰਤ ਦੇ ਹਾਕਮਾਂ ਨੇ ਚੜ੍ਹਦੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤਾਂ ਬਣਾਈ, ਪਰ ਇਸ ਨੂੰ ਪੰਜਾਬ ਦੇ ਹਵਾਲੇ ਨਾ ਕੀਤਾ, ਸਗੋਂ ਇਸ ਨੂੰ ਸਿੱਧਾ ਕੇਂਦਰ ਦੇ ਕਬਜ਼ੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਕੇ ਰੱਖ ਲਿਆ। ਪਹਿਲਾਂ ਅੰਗਰੇਜ਼ਾਂ ਨੇ, ਮਗਰੋਂ ਭਾਰਤ ਦੇ ਹਾਕਮਾਂ ਨੇ ਆਪਣੇ ਸਿਆਸੀ ਹਿੱਤਾਂ ਖਾਤਰ ਇਸ ਖਿੱਤੇ ਦੇ ਵਿੱਚ ਪ੍ਰਸ਼ਾਸਕੀ ਇਕਾਈਆਂ ਸਿਰਫ ਆਪਣੀ ਹਕੂਮਤ ਸੌਖਿਆਂ ਕਰਨ ਦੇ ਲਿਹਾਜ਼ ਤੋਂ ਬਣਾਈਆਂ। ਲੋਕਾਂ ਦੀ ਬੋਲੀ ਤੇ ਸੱਭਿਆਚਾਰ ਦੀ ਸਾਂਝ ਨੂੰ ਆਧਾਰ ਨਹੀਂ ਬਣਾਇਆ ਗਿਆ। ਅੱਜ ਕੇਂਦਰ ਸਰਕਾਰ ਨੇ ਅਖੌਤੀ ਹਿੰਦੂ ਰਾਸ਼ਟਰ ਦੇ ਏਜੰਡੇ ਤੇ ਤਹਿਤ ਅਨੇਕਾਂ ਕੰਮਾਂ ਨੂੰ ਜ਼ੋਰ ਜ਼ਬਰਦਸਤੀ ਕੌਮ ਬਣਾਉਣ ਦਾ ਰਾਹ ਫੜਿਆ ਹੋਇਆ ਆ। ਇੱਥੇ ਵੀ ਕੁਝ ਸ਼ਿਰਕਤਾਂ ਕੇਂਦਰ ਤੋਂ ਛਿੜੀਆਂ ਨੇ, ਚਾਹੇ ਉਹ ਕਾਂਗਰਸ ਤੋਂ ਵੇਲੇ ਸੀ ਤੇ ਹੁਣ ਵੀ ਕਿਹੜਾ ਇਸ ਮੁੱਦੇ ਦੇ ਉੱਤੇ ਹੁਣ ਜਿਵੇਂ ਆ ਕੇ ਕੇਂਦਰੀ ਮੰਤਰੀ ਆ ਕੇ ਚੰਡੀਗੜ੍ਹ ਵਿੱਚ ਕਿਸੇ ਨਾ ਕਿਸੇ ਚੀਜ਼ ਦਾ ਉਦਘਾਟਨ ਕਰਦੇ ਰਹਿੰਦੇ ਆ, ਉਸ ਤੋਂ ਸਾਫ਼ ਆ ਕਿ ਹੁਣ ਗਤੀਵਿਧੀਆਂ ਕੁਝ ਜ਼ਿਆਦਾ ਕਰ ਦਿੱਤੀਆਂ ਆ ਤਾਂ ਕਿ ਪੰਜਾਬ ਕਦੇ ਚੰਡੀਗੜ੍ਹ ਦੇ ਉੱਤੇ ਹੱਕ ਹੀ ਨਾ ਜਮਾ ਸਕੇ ਤੇ ਉੱਥੇ ਲੋਕ ਵੀ ਉਹ ਜਿਹੇ ਆ ਕੇ ਵਸ ਗਏ ਆ ਜਿਹੜੇ ਉਹਨਾਂ ਦੇ ਕੰਨਾਂ 'ਚ ਇਹ ਗੱਲ ਚੁਆਈ ਗਈ ਆ ਕਿ ਤੁਸੀਂ ਰੌਲਾ ਪਾਉਣਾ ਆ, ਤੁਸੀਂ ਇਸ ਗੱਲ ਦਾ ਵਿਰੋਧ ਕਰਨਾ ਆ ਕਿ ਇਹ ਪੰਜਾਬ ਦੀ ਰਾਜਧਾਨੀ ਬਣੇ ਹੀ ਨਾ। ਤੇ ਇਹਦੇ ਉੱਤੇ ਇਹ ਗੱਲ ਤੇ ਉਹਨਾਂ ਨੂੰ ਪੱਕਿਆਂ ਕੀਤਾ ਹੋਇਆ ਕਿ ਕੇਂਦਰ ਦੀ ਜਿਹੜੀ ਆ ਉਹ ਪ੍ਰਸ਼ਾਸਕੀ ਚੱਲੇ। ਇਸ ਕਰਕੇ ਜਦੋਂ ਵੀ ਪਿੱਛੇ ਜੇ ਵੀ ਇਹ ਮੁੱਦਾ ਉੱਠਿਆ ਸੀਗਾ ਕਿ ਯੂਟੀ ਕਿਉਂ ਬਣਾਇਆ ਗਿਆ, ਯੂਟੀ ਤੋਂ ਇਹਨੂੰ ਰਾਜਧਾਨੀ ਹੀ ਦਿੱਤਾ ਜਾਵੇ, ਹਰਿਆਣਾ ਆਪਦੀ ਵੱਖਰੀ ਰਾਜਧਾਨੀ ਬਣਾਵੇ, ਪਰ ਰੌਲਾ ਫੇਰ ਪਾ ਕੇ ਕੁਝ ਲੋਕ ਉੱਥੇ ਬੈਠ ਗਏ ਜਿਹੜੇ ਚੰਡੀਗੜ੍ਹ ਵਿੱਚ ਬੈਠੇ ਖਾਂਦੇ ਆ, ਜਦੋਂ ਕਿ ਉਹ ਪੰਜਾਬ ਦਾ ਹਿੱਸਾ, ਉੱਥੋਂ ਦਾ ਪਾਣੀ ਪੀਂਦੇ, ਉੱਥੋਂ ਦਾ ਅੰਨ ਖਾਂਦੇ ਆ, ਪਰ ਉਸੇ ਪੰਜਾਬ ਦੇ ਨਾਲ ਉਹਨਾਂ ਦੀ ਬਣਦੀ ਨਹੀਂ, ਉਹ ਧੱਕੇਸ਼ਾਹੀ ਕਰ ਰਹੇ ਆ ਔਰ ਉਸੇ ਪੰਜਾਬ ਦੇ ਨਾਲ ਹੀ ਉਹਨਾਂ ਦਾ ਵਿਤਕਰਾ ਆ। ਇਸ ਤੋਂ ਵੱਧ ਕੇ ਕਮੀਨਾਪਣ ਬੰਦੇ ਦਾ ਹੋਰ ਕੀ ਹੋ ਸਕਦਾ ਆ। ਹੁਣ ਚੰਡੀਗੜ੍ਹ ਦੀ ਜੇ ਇਹਨਾਂ ਦੀਆਂ ਅੱਖਾਂ ਖੋਲ੍ਹਣੀਆਂ ਹੋਣ ਤਾਂ ਇਹਨਾਂ ਨੂੰ ਦੱਸਣਾ ਪਊਗਾ ਇੱਕ ਵਾਰੀ। ਔਰ ਜਿਹੜੇ ਸਾਡੇ ਦਰਸ਼ਕ ਆ ਉਹ ਸੁਣ ਰਹੇ ਆ, ਇੱਥੇ ਦੱਸ ਦੇਣਾ ਚਾਹੂੰਗਾ ਜਿਨ੍ਹਾਂ ਨੂੰ ਨਹੀਂ ਪਤਾ ਕਿ ਪੰਜਾਬ ਦੇ 28 ਪਿੰਡ ਪੁਆਧ ਦੇ ਸੀਗੇ। ਪੁਆਧੀ ਸਾਡਾ ਚੌਥਾ ਖਿੱਤਾ ਆ ਪੁਆਧ, ਤੇ ਪੁਆਧੀ ਲੋਕਾਂ ਦੇ 28 ਪਿੰਡ ਜਿਹੜੇ ਸੀਗੇ ਉਹਨਾਂ ਨੂੰ ਉਜਾੜਿਆ ਗਿਆ ਸੀ। ਹਾਲਾਂਕਿ 50 ਪਿੰਡਾਂ ਦੇ ਉੱਤੇ ਇਹਨਾਂ ਨੂੰ ਕਬਜ਼ਾ ਕੀਤਾ ਗਿਆ ਸੀਗਾ, ਜਿਨ੍ਹਾਂ ਦੇ ਵਿੱਚੋਂ 28 ਪਿੰਡ ਜਿਹੜੇ ਆ ਉੱਥੇ ਰਾਜਧਾਨੀ ਚੰਡੀਗੜ੍ਹ ਬਣੀ ਆ, ਜਦੋਂ ਕਿ 22 ਪਿੰਡ ਹੁਣ ਆਲੇ ਦੁਆਲੇ ਵੱਸਦੇ ਆ, ਕੁਝ ਚੰਡੀਗੜ੍ਹ ਦੇ ਵਿੱਚ ਹੀ ਇਮਰਜ ਹੋ ਚੁੱਕੇ ਆ। ਇੱਦਾਂ ਦੀ ਸਥਿਤੀ ਆ। ਤਾਂ ਚੰਡੀਗੜ੍ਹ ਦੀ ਜਿਹੜੀ ਭੂਗੋਲਿਕ ਥਾਂ ਆ, ਚੰਡੀਗੜ੍ਹ ਦੀ ਜਿਹੜੀ ਯੋਜਨਾ ਸੀਗੀ ਉਹ ਇਸ ਯੋਜਨਾ ਦੇ ਹੇਠਲੇ ਸ਼ਿਵਾਲਕ ਦੀਆਂ ਪਹਾੜੀਆਂ ਨੇੜੇ ਵੱਸਦੇ ਪੰਜਾਬ ਦੇ 50 ਪਿੰਡਾਂ ਨੂੰ ਉਜਾੜ ਕੇ ਬਣਾਉਣੀ ਤੈਅ ਹੋਈ ਸੀ, ਜਿਨ੍ਹਾਂ ਵਿੱਚੋਂ 28 ਪਿੰਡਾਂ ਨੂੰ ਉਜਾੜ ਦਿੱਤਾ, ਜਦੋਂ ਕਿ 22 ਅਜੇ ਵੱਸਦੇ ਆ। ਤੇ ਇਹਨਾਂ ਨੂੰ ਜਿਹੜਾ ਜ਼ਿਲ੍ਹਾ ਸੀਗਾ ਰੋਪੜ ਪੈਂਦਾ ਸੀਗਾ, ਜਿੱਥੇ ਪੰਚਾਇਤਾਂ ਖਤਮ ਕਰਕੇ ਉਹਨਾਂ ਨੂੰ ਨਗਰ ਨਿਗਮ ਚੰਡੀਗੜ੍ਹ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਇਹ ਆਲੇ ਦੁਆਲਿਓਂ ਪੰਜਾਬੀ ਇਲਾਕਿਆਂ ਨਾਲ ਘਿਰਿਆ ਹੋਇਆ ਸ਼ਹਿਰ ਹੈ ਔਰ ਉੱਥੋਂ ਦੇ ਲੋਕ ਜ਼ਾਹਿਰ ਹੈ ਕਿ ਪੁਆਧੀ ਪੰਜਾਬੀ ਹੈ ਤੇ ਪੰਜਾਬ ਦੇ ਮਾਝਾ ਮਾਲਵਾ ਦੁਆਬੇ ਤੋਂ ਬਾਅਦ ਚੌਥਾ ਕੀਤਾ ਆ। ਤੇ ਫਿਰ ਉਹਨਾਂ ਦੇ ਵਿੱਚ ਹੁਣ ਤੁਸੀਂ ਅੱਜ ਦੇ ਚੰਡੀਗੜ੍ਹ ਵਿੱਚ ਜਾ ਕੇ ਵੇਖੋ ਵੀ ਬਣ ਦੀ ਲੱਕੜੀ ਉੱਥੇ ਆ ਕੇ ਬੈਠੀ ਆ, ਜਿਨ੍ਹਾਂ ਦਾ ਪੰਜਾਬ ਤੇ ਪੰਜਾਬੀ ਨਾਲ ਕੋਈ ਸਰੋਕਾਰ ਹੀ ਨਹੀਂ। ਉਹ ਪੰਜਾਬ ਤੇ ਪੰਜਾਬੀ ਦੇ ਹੀ ਵਿਰੋਧੀ ਆ। ਇਹੋ ਜਿਹੇ ਲੋਕ ਉੱਥੇ ਬੈਠੇ ਆ।
ਹਾਲਾਂਕਿ ਸੁਪਨਾ ਸਿਰਜਿਆ ਸੀਗਾ ਪੰਡਿਤ ਜਵਾਹਰ ਲਾਲ ਨਹਿਰੂ ਨੇ ਜਦੋਂ ਚੰਡੀਗੜ੍ਹ ਬਣਾਉਣ ਦੀ ਗੱਲ ਕੀਤੀ ਸੀ ਕਿ ਸੁਪਨਿਆਂ ਦਾ ਜਿਹੜਾ ਆ ਨਵੀਂ ਦੁਨੀਆ ਦਾ ਵਿਕਸਿਤ ਇੱਕ ਇਹੋ ਜਿਹਾ ਸ਼ਹਿਰ ਹੋਵੇ ਜਿੱਥੇ ਪਤਾ ਲੱਗੇ ਕਿ ਮੁਲਕ ਨੇ ਵਿਕਾਸ ਕੀ ਕੀਤਾ ਹੈ। ਚੰਡੀਗੜ੍ਹ ਇਸ ਤਰਜ਼ ਦੇ ਉੱਤੇ ਵਸਾਇਆ ਗਿਆ ਸੀਗਾ। ਤਾਂ ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਕਿ ਚੰਡੀਗੜ੍ਹ ਆਸੇ-ਪਾਸਿਓਂ ਪੰਜਾਬੀ ਇਲਾਕਿਆਂ ਨਾਲ ਘਿਰਿਆ ਹੋਇਆ ਸ਼ਹਿਰ ਹੈ, ਪਰ ਕੁਦਰਤੀ ਤੌਰ ਤੇ ਇਸ ਨੂੰ ਪੰਜਾਬ ਦੇ ਵਿੱਚ ਸ਼ਾਮਲ ਕਰਨ ਦੀ ਥਾਵੇਂ ਕੇਂਦਰੀ ਹਕੂਮਤ ਨੇ ਇਸ ਨੂੰ ਬਣਾਉਟੀ ਟਾਪੂ ਵਜੋਂ ਐਨ ਵਿਚਾਲੇ ਖੜਾ ਕਰ ਦਿੱਤਾ ਹੈ। ਇਹ ਸੀ ਭੂਗੋਲਿਕ ਸਥਿਤੀ ਜਿਸ ਕਰਕੇ ਪੰਜਾਬ ਦਾ ਚੰਡੀਗੜ੍ਹ ਉੱਪਰ ਦਾਅਵਾ ਬਣਦਾ ਆ ਤੇ ਹੈ ਵੀ ਆ, ਇਹ 'ਚ ਕੋਈ ਸ਼ੱਕ ਨਹੀਂ। ਰੋਪੜ ਪੁਆਧ ਇਹ ਉਹ ਧਰਤੀ ਸੀਗੀ ਜਿੱਥੇ 9ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਇਹ ਸਾਰੀ ਧਰਤੀ ਸੀਗੀ ਪੁਆਧ ਦੀ। ਔਰ ਜਿੱਥੇ 7ਵੇਂ ਪਾਤਸ਼ਾਹ ਦੀ ਗੱਲ ਕਰ ਲਈ ਜਾਵੇ, 6ਵੇਂ ਪਾਤਸ਼ਾਹ ਦੀ ਗੱਲ ਕੀਤੀ ਜਾਵੇ, 4 ਪਾਤਸ਼ਾਹੀਆਂ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਇਸ ਜਗ੍ਹਾ ਦੇ ਉੱਤੇ ਜੰਗਾਂ ਯੁੱਧ ਲੜੇ ਆ। ਇਹ ਉਹ ਧਰਤੀ ਆ ਸਾਰੀ ਜਿਹਦੇ ਹਿੱਕ ਦੇ ਉੱਤੇ ਹੀ ਚੰਡੀਗੜ੍ਹ ਜਿਹੜਾ ਆ ਵਸਿਆ ਹੋਇਆ। ਨਾ ਤਾਂ ਉਹਨੂੰ ਪੰਜਾਬੀ ਤੋਂ ਦੂਰ ਕੀਤਾ ਜਾ ਸਕਦਾ, ਨਾ ਉਹਨੂੰ ਸਿੱਖੀ ਤੋਂ ਦੂਰ ਕੀਤਾ ਜਾ ਸਕਦਾ। ਇਹੀ ਇੱਕ ਵੱਡੀ ਸਾਜ਼ਿਸ਼ ਹੁਣ ਤੱਕ ਚੱਲੀ ਆਈ ਆ ਦੇਸ਼ ਆਜ਼ਾਦੀ ਤੋਂ ਬਾਅਦ ਕਿ ਜਿਸ ਤਰੀਕੇ ਨਾਲ ਪੰਜਾਬ ਨਾਲ ਧੱਕਾ ਕੀਤਾ ਗਿਆ। ਔਰ ਹੈਰਾਨੀ ਦੀ ਗੱਲ ਆ ਕਿ ਇਹਨਾਂ ਕੇਂਦਰ ਸਰਕਾਰਾਂ ਨੂੰ ਹੁਣ ਤੱਕ ਦੀਆਂ ਜਿਹੜੀਆਂ ਰਹੀਆਂ ਆ ਕਿਸੇ ਕਾਨੂੰਨ ਦੇ ਵਿੱਚ ਕਿਸੇ ਸਰਵਉੱਚ ਅਦਾਲਤ ਨੇ ਨਹੀਂ ਪੁੱਛਿਆ ਕਿ ਜੇ ਬਾਕੀ ਸੂਬਿਆਂ ਨੂੰ ਤੁਹਾਡਾ ਰੂਲ ਐਂਡ ਰੈਗੂਲੇਸ਼ਨ ਸਾਰੇ ਸੂਬਿਆਂ ਵਾਸਤੇ ਇੱਕ ਹੈ ਤਾਂ ਫਿਰ ਪੰਜਾਬ ਨੂੰ ਉਹਦੀ ਰਾਜਧਾਨੀ ਕਿਉਂ ਨਹੀਂ ਦਿੱਤੀ ਜਾ ਰਹੀ ਜਦੋਂ ਕਿ ਬਾਕੀ ਸੂਬਿਆਂ ਕੋਲੇ ਸਾਰਿਆਂ ਕੋਲੇ ਰਾਜਧਾਨੀਆਂ। ਹੁਣ ਗੱਲ ਆਉਂਦੀ ਆ ਜਦੋਂ 1 ਨਵੰਬਰ 1966 ਨੂੰ ਪੰਜਾਬ ਦੇ ਹਿੰਦੀ ਬੋਲਦੇ ਇਲਾਕੇ ਦੱਖਣ ਦੇ ਹਿੱਸੇ ਨੂੰ ਅਲੱਗ ਕਰਕੇ ਹਰਿਆਣਾ ਸੂਬਾ ਬਣਾਇਆ ਗਿਆ ਕਿਉਂਕਿ ਇਹ ਪੰਜਾਬ ਦੇ ਵਿੱਚ ਟੋਟੇ ਕੀਤੇ ਗਏ, ਹਰਿਆਣਾ ਵੀ ਕੱਢ ਦਿੱਤਾ ਗਿਆ। ਜਦੋਂ ਕਿ ਪੰਜਾਬੀ ਬੋਲਦੇ ਉੱਤਰ ਦੇ ਹਿੱਸੇ ਨੂੰ ਮੌਜੂਦਾ ਪੰਜਾਬ ਦੇ ਵਿੱਚ ਰਹਿਣ ਦਿੱਤਾ ਗਿਆ। ਚੰਡੀਗੜ੍ਹ ਸ਼ਹਿਰ ਦੋਵਾਂ ਦੀ ਹੱਦ ਉੱਤੇ ਵਸਿਆ ਸੀ ਤੇ ਇਹਨਾਂ ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਐਲਾਨਿਆ ਗਿਆ ਤੇ ਨਾਲ ਹੀ ਕੇਂਦਰੀ ਸ਼ਾਸਿਤ ਪ੍ਰਦੇਸ਼ ਵੀ ਐਲਾਨ ਦਿੱਤਾ। ਇੱਥੇ ਧੱਕੇਸ਼ਾਹੀ ਹੋਈ, ਨਾਲੇ ਕੇਂਦਰੀ ਸ਼ਾਸਿਤ ਪ੍ਰਦੇਸ਼ ਆ ਨਾਲੇ ਰਾਜਧਾਨੀ ਆ। ਹਾਲਾਂਕਿ ਕਿਸੇ ਹੋਰ ਸਟੇਟ ਦੀ ਰਾਜਧਾਨੀ ਇਸ ਤਰੀਕੇ ਤਾਂ ਨਹੀਂ ਗਿਆ ਵੀ ਉਹਦੇ ਉੱਤੇ 2 ਲੱਖ ਜਿਹੜੇ ਆ ਉਹ ਲੱਗਦੇ ਹੋਣ। ਤੇ 1952 ਤੋਂ ਲੈ ਕੇ 1966 ਤੱਕ ਇਹ ਸ਼ਹਿਰ ਸਿਰਫ ਪੰਜਾਬ ਦੀ ਰਾਜਧਾਨੀ ਸੀ। ਗੌਰ ਕਰਿਓ 1952 ਤੋਂ ਲੈ ਕੇ 1966 ਤੱਕ ਇਹ ਸ਼ਹਿਰ ਸਿਰਫ ਪੰਜਾਬ ਦੀ ਹੀ ਰਾਜਧਾਨੀ ਸੀ। ਅਗਸਤ 1985 ਵਿੱਚ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਅਕਾਲੀ ਦਲ ਦੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਵਿੱਚ ਹੋਏ ਸਮਝੌਤੇ ਮੁਤਾਬਕ ਚੰਡੀਗੜ੍ਹ 1986 ਵਿੱਚ ਪੰਜਾਬ ਨੂੰ ਦਿੱਤਾ ਜਾਣਾ ਤੈਅ ਹੋਇਆ ਸੀ। ਇਸ ਦੇ ਨਾਲ ਹੀ ਹਰਿਆਣਾ ਲਈ ਇੱਕ ਨਵੀਂ ਰਾਜਧਾਨੀ ਬਣਾਉਣੀ ਸੀ, ਪਰ ਕੁਝ ਇੰਤਜ਼ਾਮੀ ਕਾਰਨਾਂ ਦੇ ਚੱਲਦੇ ਹੋਏ ਇਸ ਟਰਾਂਸਫਰ ਵਿੱਚ ਦੇਰੀ ਹੋਈ। ਇਸ ਦੇਰੀ ਦੇ ਖਾਸ ਕਾਰਨਾਂ ਵਿੱਚ ਦੱਖਣ ਪੰਜਾਬ ਦੇ ਕੁਝ ਹਿੰਦੀ ਬੋਲਦੇ ਪਿੰਡਾਂ ਨੂੰ ਹਰਿਆਣੇ ਅਤੇ ਲਹਿੰਦੇ ਹਰਿਆਣੇ ਦੇ ਪੰਜਾਬੀ ਬੋਲਦੇ ਪਿੰਡਾਂ ਨੂੰ ਪੰਜਾਬ ਨੂੰ ਦੇਣ ਦਾ ਝਗੜਾ ਸੀਗਾ। ਔਰ ਫਿਰ ਅਨੰਦਪੁਰ ਸਾਹਿਬ ਦੇ ਮਤੇ ਤੋਂ ਬਾਅਦ 84 ਦਾ ਜਿਹੜਾ ਕਾਲਾ ਦੌਰ ਪੰਜਾਬ ਨੇ ਤੇ ਪੰਜਾਬ ਦੇ ਸਿੱਖਾਂ ਨੇ ਹੰਢਾਇਆ। ਪੰਜਾਬ ਦੀਆਂ ਨੌਜਵਾਨ ਸਿੱਖ ਬੱਚਿਆਂ ਦੇ ਜਿਹੜੇ ਸ਼ਰੇਆਮ ਸਰਕਾਰੀ ਕਤਲੇਆਮ ਹੋਏ ਉਹ ਸਾਰਿਆਂ ਦੇ ਸਾਹਮਣੇ ਜੱਗ ਜ਼ਾਹਰ ਆ ਕਿ ਕੀ ਕੀਤਾ ਗਿਆ ਤੇ ਦੇਸ਼ ਨੂੰ ਦਿਖਾਇਆ ਕੀ ਗਿਆ। ਔਰ ਮੰਗਾਂ ਮੰਨੀ ਧਿਆਨ ਨਹੀਂ ਦਿੱਤਾ ਗਿਆ ਕਿ ਪੰਜਾਬ ਦੀਆਂ ਅਸਲ ਵਿੱਚ ਮੰਗਾਂ ਕੀ ਸੀ। ਤੇ ਹੁਣ ਆਹ ਨਵਾਂ ਰੇੜਕਾ ਸੁੱਖੂ ਨੇ ਸ਼ੁਰੂ ਕਰ ਦਿੱਤਾ CM ਜੋ ਹਿਮਾਚਲ ਪ੍ਰਦੇਸ਼ ਨੇ। ਤਾਂ ਉਹ ਹੁਣ ਕਹਿ ਕੀ ਰਹੇ ਆ ਕਿ ਸੂਬਾ ਸਰਕਾਰ ਆਪਣੀ ਬਿਜਲੀ ਹਿੱਸੇਦਾਰੀ ਦੀ ਬਕਾਇਆ ਰਾਸ਼ੀ ਪ੍ਰਾਪਤ ਕਰਨ ਲਈ ਵੀ ਸਾਰੇ ਬਦਲ ਤਲਾਸ਼ ਰਹੀ ਹੈ। ਸੁੱਖੂ ਨੇ ਕਿਹਾ ਕਿ ਨਵੰਬਰ 2011 ਵਿੱਚ ਸੁਪਰੀਮ ਕੋਰਟ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਸਾਰੇ ਪ੍ਰੋਜੈਕਟਾਂ ਵਿੱਚ ਹਿਮਾਚਲ ਪ੍ਰਦੇਸ਼ ਨੂੰ 7.19% ਦੀ ਬਿਜਲੀ ਹਿੱਸੇਦਾਰੀ ਦਿੱਤੀ। ਸੂਬਾ ਸਰਕਾਰ ਨੇ ਹਿਮਾਚਲ ਪ੍ਰਦੇਸ਼ ਵਿੱਚ ਸਾਰੇ BBMB ਪ੍ਰੋਜੈਕਟਾਂ ਵਿੱਚ ਆਪਣੀ ਬਿਜਲੀ ਹਿੱਸੇਦਾਰੀ ਵਧਾਉਣ ਦੀ ਵੀ ਮੰਗ ਕੀਤੀ ਹੈ ਕਿਉਂਕਿ ਸੂਬੇ ਦੇ ਕੁਦਰਤੀ ਸੋਮਿਆਂ ਦੀ ਵਰਤੋਂ ਬਿਜਲੀ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ BBMB ਬਿਜਲੀ ਪ੍ਰੋਜੈਕਟਾਂ ਨਾਲ ਮੌਜੂਦਾ ਸਮੇਂ ਵਿੱਚ ਪੰਜਾਬ ਨੂੰ 51.8%, ਹਰਿਆਣਾ ਨੂੰ 37.51% ਤੇ ਹਿਮਾਚਲ ਪ੍ਰਦੇਸ਼ ਨੂੰ 7.19% ਬਿਜਲੀ ਦੀ ਵੰਡ ਕਰਦਾ ਆ। ਹੁਣ ਦੇਖਣਾ ਇਹ ਆ ਕਿ ਸੁੱਖੂ ਹੋਰਾਂ ਦੀ ਇਸ ਮੰਗ ਦੇ ਉੱਤੇ ਕੀ ਬਣਦਾ ਆ ਤੇ ਪੰਜਾਬ ਸਰਕਾਰ ਦਾ ਇਸ ਦੇ ਉੱਤੇ ਕੀ ਪ੍ਰਤੀਕਰਮ ਹੈ। ਤਾਂ ਫਿਰ
ਜੇ ਇਹ ਮਾਮਲਾ ਇੱਥੇ ਨਹੀਂ ਨਿਬੜਦਾ, ਜੇ ਇਹ ਗੱਲ ਇਸੇ ਤਰ੍ਹਾਂ ਅੱਗੇ ਵੱਧਦੀ ਆ ਤਾਂ ਫਿਰ ਦੇਖਣਾ ਹੋਊਗਾ ਕਿ ਆਖਰ ਹੱਲ ਕੀ ਨਿਕਲੂਗਾ। ਕਿਉਂਕਿ ਇਹ ਹੁਣ ਜਿਹੜੀ ਨਵੀਂ ਗੱਲ ਛੇੜ ਦਿੱਤੀ ਗਈ ਆ, ਇਹ ਪਹਿਲਾਂ ਕਦੇ ਨਹੀਂ ਸੀ ਇਸ ਤਰੀਕੇ ਦੀ ਗੱਲ ਛਿੜੀ, ਇਹ ਹੁਣ ਆ ਕੇ ਹੀ ਇਹ ਗੱਲ ਛਿੜੀ ਆ। ਤਾਂ ਚਲੋ ਉਮੀਦ ਕਰਦੇ ਹਾਂ ਕਿ ਸ਼ਾਇਦ ਕੋਈ ਸਾਰਥਕ ਹੱਲ ਨਿਕਲ ਆਵੇ, ਗਵਾਂਢ ਵਸਦਾ ਭਲਾ, ਗਵਾਂਢੀਆਂ ਨਾਲ ਚੰਗੇ ਸੰਬੰਧ ਹੀ ਬਣੇ ਰਹਿਣ ਤੇ ਇਹੀ ਵਧੀਆ ਹੁੰਦਾ ਹੈ। ਹੁਣ ਆਉਂਦੇ ਹਾਂ ਜੀ ਅਗਲੀ ਖਬਰ ਵੱਲ। ਚਰਚਾ ਛਿੜੀ ਹੋਈ ਹੈ ਲਗਾਤਾਰ ਇਹਨਾਂ ਦਿਨਾਂ ਦੇ ਵਿੱਚ ਕਿ ਜਿਵੇਂ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਜਿਹੜੇ ਪਠਾਨਕੋਟ ਵਾਲੇ ਆ, ਉਹਨਾਂ ਨੇ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਜਾਂ ਦਵਾਇਆ ਗਿਆ ਜਾਂ ਉਹਨਾਂ ਦੇ ਪ੍ਰੈਸ਼ਰ ਬਣਿਆ ਆ। ਤਾਂ ਹੁਣ ਇੱਕ ਹੋਰ ਚਰਚਾ ਜਿਹੜੀ ਪੰਜਾਬ ਦੇ ਵਿੱਚ ਛਿੜੀ ਹੋਈ ਹੈ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਦੀਆਂ ਖਬਰਾਂ ਮੁੜ ਸਾਹਮਣੇ ਆਈਆਂ ਆ। ਤਾਂ ਕੀ ਇਹ ਤਾਂ ਨਹੀਂ ਕਾਰਨ ਬਣਿਆ ਕਿ ਅਕਾਲੀ ਦਲ ਜਿਹੜਾ ਜਿਸ ਤਰੀਕੇ ਨਾਲ ਇਹ ਵੀ ਚਰਚਾ ਆ ਕਿ ਅਸ਼ਵਨੀ ਸ਼ਰਮਾ ਦੇ ਨਾਲ ਉਹਨਾਂ ਦੀ ਇਸ ਗੱਲੋਂ ਨਿਭਦੀ ਨਹੀਂ ਸੀਗੀ, ਤਾਂ ਇਸ ਕਰਕੇ ਹੀ ਅਸ਼ਵਨੀ ਸ਼ਰਮਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ। ਸਥਿਤੀ ਕੁਛ ਇੱਦਾਂ ਦੀ ਬਣਦੀ ਦਿਸ ਰਹੀ ਹੈ, ਔਰ ਸਥਿਤੀ ਇਸ ਕਰਕੇ ਦਿਸ ਰਹੀ ਹੈ ਕਿਉਂਕਿ ਜਿਵੇਂ ਅਸੀਂ ਕਹਿੰਦੇ ਹਾਂ ਕਿ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਇਹ ਚੁੰਝ ਚਰਚਾ ਜਿਹੜੀ ਆ ਉਹ ਛਿੜੀ ਹੋਈ ਆ ਕਿ ਆਖਰ ਅਸ਼ਵਨੀ ਸ਼ਰਮਾ ਨੂੰ ਕਿਉਂ ਪਾਸੇ ਕਰ ਦਿੱਤਾ ਗਿਆ। ਤਾਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਭਾਜਪਾ ਦੀ ਪ੍ਰਧਾਨਗੀ ਤੋਂ ਛੁੱਟੀ ਹੋਣ ਦੀਆਂ ਜਿਹੜੀਆਂ ਖਬਰਾਂ ਆ ਸੋਸ਼ਲ ਮੀਡੀਆ ਤੇ ਵੱਡੀ ਪੱਧਰ ਦੇ ਉੱਤੇ ਵਾਇਰਲ ਹੋ ਰਹੀਆਂ ਨੇ। ਅਸ਼ਵਨੀ ਸ਼ਰਮਾ ਭਾਜਪਾ ਦੀ ਪ੍ਰਧਾਨਗੀ ਤੋਂ ਸੱਚਮੁੱਚ ਲਾਂਭੇ ਹੋ ਗਏ ਤਾਂ ਕਿਧਰੇ ਪੰਜਾਬ ਵਿੱਚ ਅਕਾਲੀ ਭਾਜਪਾ ਗੱਠਜੋੜ ਨਾਲ ਹੋਣ ਕਾਰਨ ਬਣੇ ਅੜਿੱਕੇ ਕਾਰਨ ਉਹਨਾਂ ਦੀ ਛੁੱਟੀ ਹੋ ਗਈ ਹੈ। ਇਹ ਸਵਾਲ ਅੱਜ ਭਾਜਪਾ ਲੀਡਰਸ਼ਿਪ ਦੇ ਵਿੱਚ ਵਾਰ-ਵਾਰ ਉੱਠ ਰਿਹਾ ਹੈ। ਇਹਦੇ ਦੱਸਣਾ ਇਹ ਬਣਦਾ ਆ ਕਿਉਂਕਿ ਵੱਖ-ਵੱਖ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਮੈਂ ਇਹ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਕਿ ਅਸ਼ਵਨੀ ਸ਼ਰਮਾ ਪਿਛਲੇ ਸਮੇਂ ਤੇ ਹਿੱਕ ਥਾਪੜ ਕੇ ਪੂਰੇ ਭਰੋਸੇ ਦੇ ਨਾਲ ਇਹ ਗੱਲ ਆਖਦੇ ਪਏ ਸੀ ਕਿ ਭਾਜਪਾ ਅਕਾਲੀ ਦਲ ਨਾਲ ਕਿਸੇ ਵੀ ਕੀਮਤ ਤੇ ਗੱਠਜੋੜ ਨਹੀਂ ਕਰੇਗੀ। ਔਰ ਕਈ ਵਾਰੀ ਅਸੀਂ ਉਹਨਾਂ ਦੀਆਂ ਇਹ ਜਿਹੜੀਆਂ ਸਟੇਟਮੈਂਟਾਂ ਆ ਉਹ ਸੁਣੀਆਂ ਆ ਤੇ ਉਹਨਾਂ ਦੇ ਬਿਆਨ ਤੇ ਅਕਾਲੀ ਨੇਤਾ ਵੀ ਪਲਟਵਾਰ ਕਰਦੇ ਸਨ। ਤੇ ਹੁਣ ਲੱਗਦਾ ਹੈ ਕਿ ਭਾਜਪਾ ਦੀਆਂ ਜਿਵੇਂ ਇਸ ਹਫ਼ਤੇ ਦੇ ਵਿੱਚ ਖਬਰਾਂ ਚਰਚਾ ਦੇ ਵਿੱਚ ਆ ਕਿ ਹਰਸਿਮਰਤ ਬਾਦਲ ਇੱਕ ਵਾਰੀ ਫੇਰ ਭਾਜਪਾ ਵਿੱਚ ਜਾ ਸਕਦੇ ਨੇ, ਉਹਨਾਂ ਨੂੰ ਫੇਰ ਕੋਈ ਅਹੁਦਾ ਦਿੱਤਾ ਜਾ ਸਕਦਾ ਆ, ਪਰ ਪਹਿਲਾਂ ਵਾਲਾ ਅਹੁਦਾ ਦੀ ਬਜਾਏ ਕੋਈ ਹੋਰ ਅਹੁਦਾ ਦਿੱਤਾ ਜਾ ਸਕਦਾ ਆ। ਤੇ ਅਕਾਲੀ ਦਲ ਨੂੰ ਵੀ ਸਹਾਰੇ ਦੀ ਲੋੜ ਹੈ ਤੇ ਪੰਜਾਬ 'ਚ ਭਾਜਪਾ ਨੂੰ ਵੀ ਸਹਾਰੇ ਦੀ ਲੋੜ ਆ। ਇਸ ਕਰਕੇ ਹੋ ਸਕਦਾ ਹੈ ਕਿ ਇਹ ਗੱਠਜੋੜ ਮੁੜ ਬਣ ਜਾਵੇ। ਪਰ ਜਿਵੇਂ ਅਸ਼ਵਨੀ ਸ਼ਰਮਾ ਹੁਣਾਂ ਦੀਆਂ ਸਟੇਟਮੈਂਟਾਂ ਸਾਹਮਣੇ ਆਉਂਦੀਆਂ ਰਹੀਆਂ ਨੇ, ਉਸ ਨੂੰ ਵੇਖ ਕੇ ਲੱਗਦਾ ਨਹੀਂ ਕਿ ਅਸ਼ਵਨੀ ਸ਼ਰਮਾ ਜਿਹੜੇ ਨੇ ਉਹ ਭਾਜਪਾ ਦੀ ਇਸ ਕੁਰਸੀ ਉੱਤੇ ਡਟੇ ਰਹਿਣਗੇ ਜਾਂ ਜਿਸ ਤਰੀਕੇ ਦੀ ਖਬਰ ਆ ਕਿ ਉਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ, ਪਾਸੇ ਕਰ ਦਿੱਤਾ ਗਿਆ ਆ, ਤਾਂ ਇਹ ਵਾਕਿਆ ਹੀ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੰਜਾਬ ਵਿੱਚ ਭਾਜਪਾ ਜੋ ਆ ਆਪਣੇ ਪੁਰਾਣੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਹਟਾ ਕੇ ਨਵਾਂ ਪ੍ਰਧਾਨ ਥਾਪਣ ਜਾ ਰਹੀ ਆ। ਔਰ ਭਾਜਪਾ ਇੱਕੋ ਦਮ ਨਹੀਂ, ਉਹਦੇ ਬਾਰੇ ਹੌਲੀ ਸਹਿਜ ਮਤੇ ਦੇ ਵਿੱਚ ਰਿੰਗਦੇ ਹੋਏ ਕੋਈ ਨਾ ਕੋਈ ਕੰਮ ਇੱਦਾਂ ਦਾ ਕੱਢ ਵਿਖਾਉਂਦੀ ਆ। ਇੱਕੋ ਦਮ ਠਾਹ ਸੁੱਟਣ ਨਹੀਂ ਮਾਰਦੀ ਕਿਉਂਕਿ ਭਾਜਪਾ ਦਾ ਇੱਕ ਅਕਸ ਪੂਰੇ ਦੇਸ਼ ਵਿੱਚ ਇੱਕ ਬਣਿਆ ਹੋਇਆ, RSS ਦਾ ਇੱਕ ਅਕਸ ਬਣਿਆ ਹੋਇਆ ਕਿ ਪਹਿਲਾਂ ਉਸ ਚੀਜ਼ ਦੇ ਆਲੇ ਦੁਆਲੇ ਕਰਕੇ ਉਸ ਗੱਲ ਨੂੰ ਛੇੜਦੇ ਆ, ਉਹਦੇ ਵਿੱਚ ਖੁੱਭਦੇ ਆ, ਉਹਦੇ ਵੱਲ ਵੇਖਦੇ ਆ, ਫਿਰ ਜਦੋਂ ਕਰਨੀ ਹੁੰਦੀ ਉਦੋਂ ਕਰ ਵਿਖਾਉਂਦੇ ਆ। ਇਹੀ ਕੁਛ ਜਿਹੜਾ ਹੁਣ ਗੱਲਾਂ ਜਿਹੜੀਆਂ ਚਰਚਾ ਛਿੜੀ ਹੋਈ ਹੈ ਉਹਦੇ ਵਿੱਚ ਇਹੀ ਗੱਲ ਹੁੰਦੀ ਹੈ ਕਿ ਅਸ਼ਵਨੀ ਸ਼ਰਮਾ ਜਿਹੜੇ ਆ ਉਹਨਾਂ ਨੂੰ ਹੁਣ ਨਵਾਂ ਪ੍ਰਧਾਨ ਦੀ ਜਗ੍ਹਾ ਜਿਹੜੀ ਹੈ ਉਹ ਖਾਲੀ ਕਰਵਾਉਣ ਵਾਸਤੇ ਉਹਨਾਂ ਨੂੰ ਪਾਸੇ ਕੀਤਾ ਜਾ ਰਿਹਾ। ਇਸ ਤੇ ਇੱਕ ਪੁਰਾਣੇ ਬਜ਼ੁਰਗ ਨੇਤਾ ਨੇ ਵੀ ਗੱਲ ਕੀਤੀ ਹੈ ਕਿ ਜੰਗ ਦੇ ਮੈਦਾਨ ਤੋਂ ਪਹਿਲਾਂ ਘੋੜੇ ਬਦਲਣਾ ਚੰਗਾ ਕੰਮ ਨਹੀਂ ਹੁੰਦਾ। ਇਸ ਆਗੂ ਨੇ ਕਿਹਾ ਕਿ ਭਾਜਪਾ ਕਿਸੇ ਨਾਲ ਵੀ ਗੱਠਜੋੜ ਕਰੇ ਪਰ ਆਪਣੀ ਪਾਰਟੀ ਵਿੱਚ ਬੈਠੇ ਨੇਤਾਵਾਂ ਨੂੰ ਲਾਂਭੇ ਕਰਕੇ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਵਰਕਰਾਂ ਵਿੱਚ ਜੋਸ਼ ਤੇ ਵਰਕਰਾਂ ਦੇ ਵਿੱਚ ਇੱਕ ਇਹੋ ਜਿਹੀ ਗੱਲ ਪੈਦਾ ਕੀਤੀ ਆ ਕਿ ਉਹ ਭਾਜਪਾ ਨਾਲ ਜੁੜੇ ਰਹਿਣ, ਤਾਂ ਹੀ ਅਸ਼ਵਨੀ ਸ਼ਰਮਾ ਹੁਣ ਤੱਕ ਪੰਜਾਬ ਭਾਜਪਾ ਦੇ ਪ੍ਰਧਾਨ ਤੁਰੇ ਆਉਂਦੇ ਸਨ। ਤੇ ਹੁਣ ਗੱਲ ਕੀ ਹੈ, ਉਹ ਕਹਿੰਦੇ ਆ ਕਿ ਜੇ ਪ੍ਰਧਾਨ ਨਵਾਂ ਹੋਵੇ ਤਾਂ ਫਿਰ ਉਹਨੂੰ ਪਤਾ ਹੀ ਨਹੀਂ ਹੁੰਦਾ ਗਾ ਬਾਕੀਆਂ ਦਾ
ਉਹ ਜਾਣਦਾ ਹੀ ਨਹੀਂ ਹੁੰਦਾ, ਜਦੋਂ ਕਿ ਪੁਰਾਣਾ ਪ੍ਰਧਾਨ ਜਿਹੜਾ ਲੰਬੇ ਸਮੇਂ ਤੋਂ ਵਿਚਰ ਰਿਹਾ ਹੋਵੇ ਉਹਨੂੰ ਸਾਰੀ ਸਥਿਤੀ ਦਾ ਪਤਾ ਹੁੰਦਾ ਆ ਕਿ ਕੌਣ ਕਿੱਥੇ ਆ, ਕਿਹਨੇ ਪਾਰਟੀ ਵਾਸਤੇ ਕੀ ਕੁਛ ਕੀਤਾ ਆ। ਹੁਣ ਪ੍ਰਧਾਨ ਜਦੋਂ ਨਵਾਂ ਆਉਂਦਾ ਤੇ ਵਰਕਰਾਂ ਦੀ ਕਹਿੰਦੇ ਉਨੀ ਪੁੱਛ ਪ੍ਰਤੀਤ ਨਹੀਂ ਹੁੰਦੀ, ਕਿਉਂਕਿ ਨਵੇਂ ਪ੍ਰਧਾਨ ਨੂੰ ਨਹੀਂ ਪਤਾ ਹੁੰਦਾ ਕਿ ਕਿਹੜੇ ਵਰਕਰ ਦਾ ਰੁਤਬਾ ਕੀ ਆ। ਇਸ ਲਈ ਉਹ ਕੋਈ ਚੰਗਾ ਫੈਸਲਾ ਨਹੀਂ ਕਰ ਸਕਦਾ ਤੇ ਫਲਸਰੂਪ ਕੀ ਹੁੰਦੀ ਆ, ਪਾਰਟੀ ਜਿਹੜੀ ਆ ਉਹ ਬਿਖਰਦੀ ਜਾਂਦੀ ਆ। ਵਰਕਰ ਜਿਹੜੇ ਨੇ ਜਿਨ੍ਹਾਂ ਨੇ ਤਨ ਮਨ ਸਮਰਪਿਤ ਕੀਤਾ ਹੁੰਦਾ ਹੀ ਆ, ਜਿਹੜੀ ਪਾਰਟੀ 'ਚੋਂ ਉਹਦੇ ਲਈ ਹੀ ਉਹ ਕੰਮ ਕਰਦਾ, ਤੇ ਉਦੋਂ ਉਹਦੇ ਅੰਦਰੋਂ ਸਭ ਕੁਝ ਤਿੜਕ ਜਾਂਦਾ ਜਦੋਂ ਉਹਨੂੰ ਪਤਾ ਲੱਗਦਾ ਕਿ ਮੇਰੀ ਤਾਂ ਕਦਰ ਹੀ ਨਹੀਂ ਪਾਈ ਇੰਨਾ ਚਿਰ ਕੀਤਿਆਂ। ਸ਼ਾਇਦ ਹੁਣ ਸਥਿਤੀ ਇਹੋ ਜਿਹੀ ਬਣੀ ਹੋਈ ਆ ਅਸ਼ਵਨੀ ਸ਼ਰਮਾ ਹੋਰਾਂ ਦੇ ਨਾਲ ਵੀ। ਬਦਲੇ ਰਾਜਨੀਤਿਕ ਹਾਲਤ ਵਿੱਚ ਹੁਣ ਜੇ ਅਕਾਲੀ ਦਲ ਦੀ ਕੀਤੀ ਜਾਵੇ ਗੱਲ, ਤਾਂ ਅਕਾਲੀ ਦਲ ਸਮਝਦਾ ਹੈ ਕਿ ਉਸ ਤੋਂ ਕਿਤੇ ਜ਼ਿਆਦਾ ਮਜ਼ਬੂਤ ਕਾਂਗਰਸ ਹੈ ਅਤੇ ਉਸ ਤੋਂ ਵੀ ਕਿਤੇ ਜ਼ਿਆਦਾ ਤਾਕਤਵਰ ਆਮ ਆਦਮੀ ਪਾਰਟੀ ਹੈ। ਲੰਘੀਆਂ 2 ਵਿਧਾਨ ਸਭਾ ਚੋਣਾਂ ਹਾਰਨ ਦੇ ਨਾਲ ਹੀ ਪਾਰਟੀ ਸੂਬੇ 'ਚ ਹਾਸ਼ੀਏ 'ਤੇ ਪਹੁੰਚ ਚੁੱਕੀ ਹੈ ਤੇ ਦੂਜੇ ਪਾਸੇ ਕੇਂਦਰ ਸਰਕਾਰ ਤੋਂ ਵੀ ਉਹ ਬਾਹਰ ਹੈ। ਅਜਿਹੇ 'ਚ ਰਾਜਨੀਤਿਕ ਵਜੂਦ ਬਣਾਈ ਰੱਖਣ ਲਈ ਉਸ ਨੂੰ ਭਾਜਪਾ ਵਰਗੇ ਮਜ਼ਬੂਤ ਸਹਾਰੇ ਦੀ ਲੋੜ ਹੈ। ਭਾਜਪਾ ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਪੰਜਾਬ ਵਰਗੇ ਸੂਬੇ ਵਿੱਚ ਉਸ ਨੂੰ ਪ੍ਰਦੇਸ਼ਿਕ ਦਲ ਦੇ ਰੂਪ ਵਿੱਚ ਵਿਸਾਖੀ ਦੀ ਜ਼ਰੂਰਤ ਕਿਤੇ ਜ਼ਿਆਦਾ। ਇਹ ਸਾਰਾ ਤਾਂ ਹੁਣ ਦੋਨੇ ਪਾਰਟੀਆਂ ਹੀ ਮੰਗੀ ਜਾਂਦੀਆਂ। ਹੁਣ ਇਹ ਤੈਅ ਹੈ ਕਿ ਦੋਵੇਂ ਪਾਰਟੀਆਂ ਮਜਬੂਰੀ 'ਚ ਹੀ ਸਹੀ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕੱਠੀਆਂ ਹੋਣਗੀਆਂ। ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਸ ਤਰੀਕੇ ਦੀਆਂ ਹੁਣ ਸਾਰੀਆਂ ਇਹ ਗਤੀਵਿਧੀਆਂ ਨਜ਼ਰ ਆ ਰਹੀਆਂ ਨੇ, ਉਹ 'ਚ ਸਪਸ਼ਟ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਕਾਲੀ ਦਲ ਹੈ ਉਹ ਫਿਰ ਗੱਠਜੋੜ ਭਾਜਪਾ ਨਾਲ ਕਰ ਸਕਦਾ, ਕਿਉਂਕਿ 2-3 ਮਹੀਨਿਆਂ ਤੋਂ ਇਹ ਕਿਆਸਰਾਈਆਂ ਹੋਣੀਆਂ ਸ਼ੁਰੂ ਹੋਈਆਂ ਨੇ। ਕਿਉਂਕਿ ਜਿਹੜੇ ਅਕਾਲੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਸੀ, ਜਦੋਂ ਉਹਨਾਂ ਦਾ ਭੋਗ ਸੀ ਤੇ ਉੱਤੇ ਬਹੁਤ ਸਾਰੇ ਭਾਜਪਾ ਦੇ ਲੀਡਰ ਜਿਹੜੇ ਆ ਪੁੱਜੇ ਸੀਗੇ, ਕੇਂਦਰੀ ਲੀਡਰ ਪੁੱਜੇ ਸੀ ਔਰ ਖੁਦ ਪ੍ਰਧਾਨ ਮੰਤਰੀ ਵੀ ਪੁੱਜੇ ਸੀਗੇ। ਤਾਂ ਉਸ ਤੋਂ ਬਾਅਦ ਇਹ ਚਰਚਾ ਛਿੜ ਗਈ ਸੀਗੀ। ਜਿਹੜੇ ਅਕਾਲੀ ਲੀਡਰ ਆ ਉਹਨਾਂ ਦੀਆਂ ਗੱਲਾਂ 'ਚੋਂ ਹੀ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਹੋ ਸਕਦਾ ਗੱਠਜੋੜ, ਤੇ ਹੁਣ ਗੱਲਾਂ ਜਿਹੜੀਆਂ ਆ ਉਹ ਬਿਲਕੁਲ ਜਗਜ਼ਾਰ ਹੋਣੀਆਂ ਸ਼ੁਰੂ ਹੋ ਗਈਆਂ ਨੇ। ਹੁਣ ਜੇ ਗੱਲ ਕਰਦੇ ਹਾਂ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਤਾਂ ਭਾਜਪਾ ਦੇ ਨਾਲ ਰਲੇਵਾਂ ਕਰਦੀ ਹੈ, ਗੱਠਜੋੜ ਹੁੰਦਾ ਆ, ਤੇ ਫਿਰ ਕੁਝ ਸ਼ਰਤਾਂ ਜਿਹੜੀਆਂ ਨੇ ਉਹ ਰਹਿਣਗੀਆਂ। ਤਾਂ ਗੱਠਜੋੜ ਤੋਂ ਬਾਅਦ ਇਸ ਵਾਰ ਸਮਝੌਤੇ ਦੀਆਂ ਜਿਹੜੀਆਂ ਸ਼ਰਤਾਂ ਆ ਉਹ ਇਹ ਹੋ ਸਕਦੀਆਂ ਜਿਸ ਵਿੱਚ ਭਾਜਪਾ ਦਾ ਪੱਖ ਪਹਿਲੇ ਦੇ ਮੁਕਾਬਲੇ ਭਾਰੀ ਰਹੂਗਾ, ਕਿਉਂਕਿ ਭਾਜਪਾ ਪਹਿਲਾਂ ਦੀ ਤਰ੍ਹਾਂ 3 ਲੋਕ ਸਭਾ ਸੀਟਾਂ 'ਤੇ ਤਾਂ ਕਦੇ ਵੀ ਚੋਣ ਨਹੀਂ ਲੜੂਗੀ। ਲੰਘੇ 2 ਸਾਲਾਂ ਵਿੱਚ ਭਾਜਪਾ ਆਪਣੇ ਪਹਿਲਾਂ ਵਾਲੇ ਰਾਜਨੀਤਿਕ ਵਾਲੇ ਆਧਾਰ ਤੋਂ ਇਲਾਕਿਆਂ ਤੋਂ ਬਾਹਰ ਵੀ ਕਾਫੀ ਪੈਰ ਪਸਾਰ ਚੁੱਕੀ ਆ, ਕਿਉਂਕਿ ਅਕਾਲੀਆਂ ਦਾ ਜਿਸ ਤਰੀਕੇ ਨਾਲ ਵਿਧਾਨ ਸਭਾ 2022 ਦੀਆਂ ਚੋਣਾਂ ਵਿੱਚ ਸੂਪੜਾ ਸਾਫ਼ ਹੋਇਆ, ਇੱਥੇ ਹੁਣ ਭਾਜਪਾ ਇਸ ਕਰਕੇ ਵੀ ਭਾਰੀ ਪੈ ਜੂਗੀ ਕਿਉਂਕਿ ਭਾਜਪਾ ਕੇਂਦਰ ਦੀ ਸੱਤਾ ਉੱਤੇ ਕਾਬਜ਼ ਹੈ, ਇਸ ਕਰਕੇ ਵੀ ਹੋ ਸਕਦਾ ਆ। ਤੇ ਦੂਜੇ ਪਾਸੇ ਕਾਂਗਰਸ ਤੋਂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਕੁਮਾਰ ਜਾਖੜ ਤੇ ਲਗਭਗ ਅੱਧਾ ਦਰਜਨ ਸਾਬਕਾ ਮੰਤਰੀਆਂ ਦੇ ਆਉਣ ਨਾਲ ਭਾਜਪਾ ਦੇ ਖੇਤਰ 'ਚ ਕਾਫੀ ਵਾਧਾ ਹੋਇਆ। ਇਸ ਲਈ ਇਹੀ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਲੋਕ ਸਭਾ ਦੀਆਂ ਅੱਧੀਆਂ ਸੀਟਾਂ ਤਾਂ ਪੰਜਾਬ 'ਚ ਜ਼ਰੂਰ ਮੰਗੇਗੀ। ਅਕਾਲੀ ਦਲ ਇਸ ਸਥਿਤੀ 'ਚ ਨਹੀਂ ਹੈ ਕਿ ਜਦੋਂ ਉਹ ਕੋਈ ਮੇਲ ਭਾਜਪਾ ਨਾਲ ਕਰ ਸਕੇ, ਤੇ ਦੋਵਾਂ ਪਾਰਟੀਆਂ ਨੂੰ ਇੱਕ ਦੂਜੇ ਦੀ ਦਰਕਾਰ ਹੈ, ਪਰ ਅਕਾਲੀ ਦਲ ਦੀ ਜ਼ਰੂਰਤ, ਕਿਉਂਕਿ ਉਸ ਦੀ ਜਿਹੜੀ ਸ਼ਾਖ ਔਰ ਜਿਹੜੀ ਪਕੜ ਹੈ ਉਹ ਪੰਜਾਬ ਦੇ ਉੱਤੇ ਕਮਜ਼ੋਰ ਹੁੰਦੀ ਜਾ ਰਹੀ ਹੈ। ਉਸ ਦਾ ਵੋਟ ਬੈਂਕ ਖਿਸਕ ਕੇ ਆਮ ਆਦਮੀ ਪਾਰਟੀ ਵੱਲ ਜਾ ਚੁੱਕਿਆ। ਭਾਜਪਾ ਇਸ ਸਥਿਤੀ ਦੇ ਵਿੱਚ ਅਕਾਲੀ ਦਲ ਦੇ ਉੱਤੇ ਜਿਹੜਾ ਆ ਦਬਾਅ ਨਹੀਂ ਚੱਲੇਗੀ ਅਕਾਲੀ ਦਲ ਦਾ, ਜਿਵੇਂ ਕਿ ਇਸ ਤੋਂ ਪਹਿਲਾਂ ਗੱਠਜੋੜ ਦੇ ਵੇਲੇ ਉਹ ਚੱਲਦੀ ਰਹੀ ਹੈ, ਸਗੋਂ ਹੁਣ ਉਹ ਅਕਾਲੀ ਦਲ ਦੇ ਉੱਤੇ ਦਬਾਅ ਪਾਉਣ ਦੀ ਸਥਿਤੀ ਦੇ ਵਿੱਚ ਹੈਗੀ ਆ। ਅਕਾਲੀ ਦਲ ਦੇ ਨੇਤਾਵਾਂ ਦਾ ਰਵੱਈਆ ਵੀ ਭਾਜਪਾ ਨੇਤਾਵਾਂ ਪ੍ਰਤੀ ਜਿਹੜਾ ਆ ਉਹ ਕਾਫੀ ਬਦਲਿਆ ਹੋਇਆ ਆ। ਇੱਕ ਭਾਜਪਾ ਲੀਡਰ ਦਾ ਕਹਿਣਾ ਹੈ ਕਿ ਅਕਾਲੀ ਨੇਤਾ ਹੁਣ ਜ਼ਿਲ੍ਹਾ ਪੱਧਰ 'ਤੇ ਕਿਤੇ ਵੀ ਭਾਜਪਾ ਪ੍ਰਤੀ ਕੁੜੱਤਣ ਨਹੀਂ ਵਿਖਾਉਂਦੇ। ਜਿਹੜੀ ਕਿਸਾਨ ਅੰਦੋਲਨ ਤੋਂ ਬਾਅਦ ਇਹਨਾਂ ਦੇ ਲੀਡਰਾਂ ਦੇ ਜਿਹੜੇ ਬਿਆਨ ਹੁੰਦੇ ਸੀ ਹੁਣ ਨਹੀਂ ਆਉਂਦੇਗੇ। ਤਾਂ ਹੁਣ ਜੋ ਸਥਿਤੀ ਬਣੀ ਹੋਈ ਆ ਅਸ਼ਵਨੀ ਸ਼ਰਮਾ ਨੂੰ ਲੈ ਕੇ, ਤਾਂ ਪਤਾ ਇਹ ਲੱਗਿਆ ਸੀਗਾ
ਕੱਲ ਦੀਆਂ ਜਿਹੜੀਆਂ ਖਬਰਾਂ ਸੀਗੀਆਂ ਵੱਖ-ਵੱਖ ਅਖਬਾਰਾਂ ਦੇ ਵਿੱਚ ਔਰ ਖਾਸ ਤੌਰ ਤੇ ਜਗਬਾਣੀ ਵਰਗੇ ਅਖਬਾਰ ਦੇ ਵਿੱਚ ਉਹ 'ਚ ਇਹ ਲਿਖਿਆ ਗਿਆ ਸੀਗਾ ਕਿ ਭਰੇ ਮਨ ਨਾਲ ਅਸ਼ਵਨੀ ਸ਼ਰਮਾ ਨੇ ਦਫ਼ਤਰ ਦੇ ਵਿੱਚੋਂ ਚੁੱਕਿਆ ਆਪਣਾ ਸਮਾਨ, ਕਿਉਂਕਿ ਪ੍ਰਧਾਨਗੀ ਦੇ ਅਹੁਦੇ ਤੋਂ ਉਹਨਾਂ ਨੂੰ ਪਾਸੇ ਹੋਣਾ ਪੈਣਾ ਹੈ। ਇਹ ਸਥਿਤੀ ਬਣੀ ਹੋਈ ਆ। ਫਿਲਹਾਲ ਅਸ਼ਵਨੀ ਸ਼ਰਮਾ ਦੇ ਵੱਲੋਂ ਵੀ ਇਸ ਤਰੀਕੇ ਦਾ ਹਜੇ ਕੋਈ ਪ੍ਰਤੀਕਰਮ ਕੋਈ ਖਬਰ ਸਾਹਮਣੇ ਨਹੀਂ ਆਈ, ਪਰ ਜੋ ਚਰਚਾ ਛਿੜੀ ਹੋਈ ਆ ਉਸ ਨੂੰ ਲੈ ਕੇ ਲੱਗਦਾ ਹੈ, ਕਿਉਂਕਿ ਭਵਿੱਖ ਦੀ ਯੋਜਨਾ ਜਿਹੜੀ ਆ ਭਾਜਪਾ ਦੀ, ਜੇ ਉਹਦੇ ਵੱਲੋਂ ਦੇਖਿਆ ਜਾਵੇ ਤਾਂ ਉਸ ਯੋਜਨਾ ਦੇ ਮੁਤਾਬਕ ਜੇ ਨਵਾਂ ਪ੍ਰਧਾਨ ਆਉਂਦਾ ਆ ਤੇ ਜ਼ਾਹਿਰ ਹੈ ਕਿ ਨਵਾਂ ਪ੍ਰਧਾਨ ਜਾਂ ਤਾਂ ਪੰਜਾਬ ਦੇ ਵਿੱਚੋਂ ਹੀ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਹੈ ਜਾਂ ਫਿਰ ਸੁਨੀਲ ਜਾਖੜ ਵੱਡਾ ਚਿਹਰਾ ਆ, ਕਿਉਂਕਿ ਉਹ ਪੰਜਾਬ ਨੂੰ ਚੰਗੀ ਤਰ੍ਹਾਂ ਜਾਣਦੇ ਆ। ਹੁਣ ਭਾਜਪਾ ਦੀ ਜਿਹੜੀ ਕੇਂਦਰੀ ਸਰਕਾਰ ਹੈ ਉਹ ਕੀ ਪੱਤਾ ਖੇਡਦੀ ਆ, ਭਾਜਪਾ ਦੇ ਜਿਹੜੇ ਦਿੱਗਜ ਆਗੂ ਆ ਉਹ ਪੰਜਾਬ 'ਚ ਕੀ ਇਹ ਪੱਤਾ ਖੇਡਦੇ ਆ, ਕਿਸ ਤਰੀਕੇ ਨਾਲ ਸ਼ਤਰੰਜ ਦੀਆਂ ਗੋਟੀਆਂ ਵਿਛਾਈਆਂ ਜਾਣਗੀਆਂ, ਕਿਹਨੂੰ ਅੱਗੇ ਕੀਤਾ ਜਾਊਗਾ, ਚਰਚਾ ਇਹਦੇ ਉੱਤੇ ਵੀ ਹੁਣ ਜਿਹੜੀ ਆ ਲਗਾਤਾਰ ਹੋ ਰਹੀ ਹੈ ਕਿ ਆਖਰ ਉਹ ਕਿਹੜਾ ਚਿਹਰਾ ਹੋਊਗਾ ਜਿਸ ਨੂੰ ਅੱਗੇ ਲਿਆਂਦਾ ਜਾਊਗਾ। ਔਰ ਵਾਰ-ਵਾਰ ਕੁਝ ਗੱਲਾਂ ਉੱਭਰ ਕੇ ਸਾਹਮਣੇ ਆਉਂਦੀਆਂ ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਸੁਨੀਲ ਜਾਖੜ ਹੋਰਾਂ ਦਾ ਇੱਕ ਵੱਡਾ ਨਾਮ ਸੀਗਾ। ਬੇਸ਼ੱਕ ਇਸ ਵਾਰੀ 2022 ਦੇ ਇਲੈਕਸ਼ਨਾਂ ਦੇ ਦਰਮਿਆਨ ਅਸੀਂ ਦੇਖਿਆ ਕਿ ਕਿੰਨੇ ਲੋਕ ਜਿਹੜੇ ਸੀਗੇ ਉਹ ਛੱਡ ਕੇ ਸਾਥ ਜਿਹੜੇ ਸੀਗੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ। ਹਾਲਾਂਕਿ ਭਗਵੰਤ ਮਾਨ ਸਰਕਾਰ ਦਾ ਇਹ ਵੀ ਦਾਅਵਾ ਸੀਗਾ ਕਿ ਜਿਹੜੇ ਚਾਹੇ ਉਹ ਅਕਾਲੀ ਆ ਚਾਹੇ ਉਹ ਭਾਜਪਾ ਹੀ ਆ, ਤੇ ਇਹੋ ਜਿਹੇ ਕਾਂਗਰਸ ਤੇ ਭਾਜਪਾ ਜਾਂ ਅਕਾਲੀਆਂ ਦੇ ਜਿਹੜੇ ਭ੍ਰਿਸ਼ਟ ਲੀਡਰ ਆ ਉਹਨਾਂ ਨੂੰ ਜ਼ਰੂਰ ਜਿਹੜਾ ਹੈਗਾ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਜਿਹੜੇ ਇਨਵੋਲਵ ਪਾਏ ਗਏ ਤੇ ਉਹਨਾਂ ਨੂੰ ਅੰਦਰ ਕੀਤਾ ਜਾਊਗਾ, ਉਹਨਾਂ 'ਤੇ ਕੇਸ ਜਿਹੜੇ ਉਹ ਚਲਾਏ ਜਾਣਗੇ। ਤਾਂ ਸ਼ੁਰੂ 'ਚ ਇਹ ਵੀ ਗੱਲਾਂ ਹੋਈਆਂ ਕਿ ਜਿਹੜੇ ਬਹੁਤੇ ਕਾਂਗਰਸੀ ਜਾਂ ਦੂਸਰੇ ਜਿਹੜੇ ਦਲਾਂ ਦੇ ਹੋਰ ਲੀਡਰ ਸੀਗੇ ਜਿਹੜੇ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ, ਉਹਨਾਂ ਨੂੰ ਇਹੀ ਫਿਕਰ ਸੀਗਾ ਕਿ ਕਿਤੇ ਭਗਵੰਤ ਮਾਨ ਦੀ ਜਿਹੜੀ ਆਪ ਸਰਕਾਰ ਆ ਪੰਜਾਬ ਦੇ ਸੂਬੇ ਦੇ ਵਿੱਚ 94 ਸੀਟਾਂ ਲੈ ਕੇ ਉਹ ਜਿੱਤ ਪ੍ਰਾਪਤ ਕੀਤੀ ਆ ਤੇ ਬਦਲ ਹੋਇਆ ਦੋਨਾਂ ਪਾਰਟੀਆਂ ਦਾ, ਨਾ ਕਾਂਗਰਸ ਆਈ ਨਾ ਅਕਾਲੀ ਭਾਜਪਾ ਆਈ। ਇਹ ਨਵਾਂ ਬਦਲ ਸੀਗਾ, ਬਦਲਾਅ ਆਇਆ, ਲੋਕਾਂ ਨੇ ਬਦਲਾਅ ਦੇ ਹੱਕ ਵਿੱਚ ਫਤਵਾ ਦਿੱਤਾ। ਤਾਂ ਡਰ ਸੀ ਕਿਤੇ ਇਹਨਾਂ ਨੂੰ ਵਾਕਈ ਅੰਦਰ ਨਾ ਕੀਤਾ ਜਾਵੇ। ਹਾਲਾਂਕਿ ਹੋ ਵੀ ਰਹੀਆਂ, ਹੁਣ ਵੀ ਗਤੀਵਿਧੀਆਂ ਹੋ ਰਹੀਆਂ ਕਿ ਭ੍ਰਿਸ਼ਟ ਲੀਡਰਾਂ ਨੂੰ ਤਾਂ ਨੱਥ ਪਾਉਣ ਦੀ ਭਗਵੰਤ ਮਾਨ ਸਰਕਾਰ ਦੀ ਕੋਸ਼ਿਸ਼ ਹੈ। ਤਾਂ ਉਦੋਂ ਚਰਚਾ ਇਹ ਛਿੜੀ ਸੀ ਕਿ ਇਹ ਜਿਹੜੇ ਲੀਡਰ ਆ ਇਹ ਇਸ ਕਰਕੇ ਭਾਜਪਾ 'ਚ ਚਲੇ ਗਏ ਕਿ ਭਾਜਪਾ ਕੇਂਦਰ ਦੀ ਸੱਤਾ ਵਿੱਚ ਆ, ਤਾਂ ਹੋ ਸਕਦਾ ਆ ਕਿ ਭਗਵੰਤ ਮਾਨ ਸਰਕਾਰ ਦੇ ਇਸ ਕਹਿਰ ਤੋਂ ਬਚ ਜਾਣ ਕਿ ਜਿਹੜੇ ਉਹਨਾਂ ਨੇ ਫਰਾਡ ਕੀਤੇ ਆ, ਭ੍ਰਿਸ਼ਟਾਚਾਰ ਕੀਤਾ ਆ, ਜਿਹੜਾ ਇੰਨਾ ਕੁਝ ਪ੍ਰਾਪਰਟੀਆਂ ਬਣਾਈਆਂ, ਜੋ ਕੁਝ ਕੀਤਾ ਬੜੇ ਲੀਡਰਾਂ ਦੇ ਹੁਣ ਤਾਂ ਜਿਹੜੇ ਆ ਉਹ ਪਰਤਾਂ ਖੁੱਲ੍ਹੀਆਂ ਜਾ ਰਹੀਆਂ ਨੇ, ਸਾਹਮਣੇ ਆ ਰਹੀਆਂ ਵੀ ਉਹਨਾਂ ਨੇ ਕੀ ਫਰਾਡ ਕੀਤੇ ਆ, ਜਿਨ੍ਹਾਂ ਨੂੰ ਤੁਸੀਂ ਅਮੀਰ ਦੇਖਦੇ ਹੋ ਕੀ ਕੁਝ ਕਰਕੇ ਗਏ ਆ। ਤਾਂ ਫਿਲਹਾਲ ਆਉਣ ਵਾਲੇ ਦਿਨਾਂ ਦੀ ਇਸ ਗੱਲ ਤੋਂ ਵੀ ਸਾਨੂੰ ਉਮੀਦ ਰੱਖਣੀ ਪਊਗੀ ਕਿ ਕੀ ਹੋਊਗਾ। ਫਿਲਹਾਲ ਜਿਹੜੇ ਨਵੇਂ ਲੀਡਰ ਸ਼ਾਮਲ ਹੋਏ ਨੇ ਕਾਂਗਰਸ ਤੋਂ ਜਾ ਕੇ ਭਾਜਪਾ ਵਿੱਚ, ਕੀ ਉਹਨਾਂ ਦੇ ਵਿੱਚੋਂ ਹੀ ਕੋਈ ਪ੍ਰਧਾਨ ਚੁਣਿਆ ਜਾਊਗਾ ਜਾਂ ਫਿਰ ਅਸ਼ਵਨੀ ਸ਼ਰਮਾ ਹੀ ਪ੍ਰਧਾਨ ਰਹਿਣਗੇ, ਇਹ ਗੱਲ ਵੀ ਆਉਣ ਵਾਲੇ ਦਿਨਾਂ 'ਚ ਸਾਫ਼ ਹੋ ਜਾਏਗੀ। ਕਿਉਂਕਿ ਕੁੱਲ ਮਿਲਾ ਕੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੋਈ ਬਹੁਤਾ ਟਾਈਮ ਨਹੀਂ ਰਿਹਾ, ਤਾਂ ਆਹੀ ਜਿਹੜੇ 6-8 ਮਹੀਨੇ ਆ ਕੁੱਲ ਮਿਲਾ ਕੇ ਇਹ ਰਹਿ ਗਏ ਆ। ਤੇ ਉਹਦੇ ਵਿੱਚ ਜੇ 6 ਮਹੀਨੇ ਦੀ ਗੱਲ ਕੀਤੀ ਜਾਵੇ ਤਾਂ 6 ਮਹੀਨੇ ਹੀ ਕਵਾਂਗੇ, ਕਿਉਂਕਿ 2 ਮਹੀਨੇ ਜਿਹੜੇ ਆ ਉਹ ਸਿਰਫ ਇਲੈਕਸ਼ਨਾਂ ਦੇ ਪ੍ਰਚਾਰ ਦੇ ਵਿੱਚ ਹੀ ਲੰਘ ਜਾਣੇ ਆ। ਇਹ 6 ਮਹੀਨੇ ਆ ਜਿਹੜੀਆਂ ਸਾਰੀਆਂ ਪਾਰਟੀਆਂ ਆਪਣੀ ਤਿਆਰੀ ਕਰ ਲੈਣ। ਤਾਂ ਫਿਲਹਾਲ ਜਿਵੇਂ ਹੀ ਕੋਈ ਇਹਦੇ ਵਿੱਚ ਨਵੀਂ ਅਪਡੇਟ ਆਊਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇਸ ਟਾਈਮ ਭਾਜਪਾ ਦੇ ਵਿੱਚ ਕੀ ਗਤੀਵਿਧੀ ਚੱਲ ਰਹੀ ਆ, ਕੀ ਹਲਚਲ ਹੋ ਰਹੀ ਆ। ਸੋ ਦੋਸਤੋ, ਇਹ ਸੀ 2 ਖਬਰਾਂ ਜਿਨ੍ਹਾਂ ਉੱਤੇ ਗੱਲਬਾਤ ਕੀਤੀ। ਇੱਥੇ ਹੀ ਕਰਦੇ ਹਾਂ ਸਮਾਪਤੀ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, ਦਾ ਪੰਜਾਬ ਟਾਕਸ। ਉਹ ਕਿੱਦਾਂ ਓਏ ਆਪਣੀ ਅਲਾਈਨਮੈਂਟ ਚੈੱਕ ਕਰਾ, ਮੈਂ ਤੇ ਸਿੱਧਾ। ਉਹ ਯਾਰ ਆਪਣੀ ਤਾਂ ਨਹੀਂ, ਪਰ ਆਪਣੇ ਟਰੱਕ ਦੀ ਅਲਾਈਨਮੈਂਟ ਕਰਾਣੀ ਹੈ ਤੇ ਆਪਣੇ ਦੂਜੇ ਟਰੱਕ ਦੇ ਨਵੇਂ ਟਾਇਰ ਵੀ ਪਵਾਉਣੇ ਨੇ। ਫੇਰ ਤੇ ਤੂੰ ਬਸ ਇੱਕੋ ਜਗ੍ਹਾ ਜਾ, ਬੂਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਲਿਮਟਿਡ। ਪਿਛਲੇ 1 ਸਾਲ ਤੋਂ ਇਹ ਆਪਣੀ ਸ਼ਾਪ ਚਲਾ ਰਹੇ ਨੇ। ਇਹਨਾਂ ਕੋਲ ਹਰ ਤਰ੍ਹਾਂ ਦੇ ਬ੍ਰਾਂਡ ਦੇ ਟਾਇਰਸ ਅਵੇਲੇਬਲ ਨੇ ਤੇ ਇਹ ਬੈਸਟ ਸਰਵਿਸ ਪ੍ਰੋਵਾਈਡ ਕਰਦੇ ਨੇ। ਡਿਲੀਵਰੀ ਵੀ ਟਾਈਮ ਸਿਰ ਕਰ ਦਿੰਦੇ ਨੇ। ਤੇ ਅਲਾਈਨਮੈਂਟ ਓਏ ਇਹਨਾਂ ਕੋਲ ਹਾਈ ਟੈਕਨੋਲੋਜੀ ਨਾਲ ਲੈਸ ਅਲਾਈਨਮੈਂਟ ਮਸ਼ੀਨ ਹੈ ਜੋ ਕਿ ਮੈਨੀਟੋਬਾ ਦੀ ਫਰਸਟ ਅਲਾਈਨਮੈਂਟ ਮਸ਼ੀਨ ਹੈ। ਇਹਨਾਂ ਦਾ ਤੇ ਸਗੋਂ ਸਲੋਗਨ ਵੀ ਇਹ ਹੈ, ਸੇਫ ਟਾਇਰ ਸੇਫ ਮਨੀ। ਟਾਈਮ ਤਾਂ ਨਹੀਂ ਜ਼ਿਆਦਾ ਲਾਉਂਦੇ? ਓ ਭਾਈ 24 ਘੰਟੇ 7 ਦਿਨ ਡਰਾਈਵ ਥਰੂ ਸਰਵਿਸ ਅਵੇਲੇਬਲ ਹੈ। ਬਸ 45 ਮਿੰਟ 'ਚ ਤੁਹਾਡਾ ਕੰਮ ਡਨ। ਐਂਡ ਸਭ ਤੋਂ ਖਾਸ ਗੱਲ, ਨੈਸ਼ਨਲ ਅਕਾਊਂਟ ਹੋਲਡਰਸ ਵੀ ਪ੍ਰੋਵਾਈਡ ਕਰਦੇ ਨੇ ਇਹ।
ਐਨੂਅਲ ਸੇਫਟੀ ਕਰਕੇ ਦਿੰਦੇ ਨੇ, ਯਾਨੀ ਕਿ ਟਰੱਕ ਨਾਲ ਰਿਲੇਟ ਹਰ ਨਿੱਕਾ ਵੱਡਾ ਕੰਮ ਓਕੇ ਰਿਪੋਰਟ ਕਰਕੇ ਦਿੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਬਲਕਰਨ ਸਿੰਘ, ਬੂਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ ਵਿਨੀਪੈਗ ਤੋਂ। ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਵਨ ਰੂਫ ਦੇ ਥੱਲੇ ਹੀ ਮਲਟੀਪਲ ਸਰਵਿਸ ਲਾਈਕ ਮਕੈਨੀਕਲ ਵਰਕ, ਅਲਾਈਨਮੈਂਟ, ਵੀਲ ਬੈਲੈਂਸ, ਟਾਇਰ ਸਰਵਿਸ। ਤਾਂ ਅਸੀਂ ਹੁਣ ਤੁਹਾਡੇ ਲਈ ਇੱਕ ਛੱਤ ਦੇ ਥੱਲੇ ਹੀ ਇਹ ਸਾਰੀਆਂ ਸਰਵਿਸ ਪ੍ਰੋਵਾਈਡ ਕਰਵਾਵਾਂਗੇ। ਤੁਹਾਡਾ ਵਿਸ਼ਵਾਸ ਸਾਡੀ ਤਾਕਤ। ਹੈਲੋ ਗਾਇਜ਼, ਅੱਜ ਆਪਾਂ ਇਸ ਟਰੱਕ ਦੀ ਮੇਨ ਸੀਲ ਅਤੇ ਆਇਲ ਪੈਨ ਰਿਪਲੇਸ ਕਰ ਰਹੇ ਹਾਂ। ਖੁਦਾ ਨਾ ਖਾਸਤਾ ਕਦੇ ਵੀ ਤੁਹਾਡੇ ਟਰੱਕ ਨੂੰ ਕੋਈ ਵੀ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਕਦੇ ਨਾ ਭੁੱਲੋ ਬੂਸਟ ਟਰੱਕ ਐਂਡ ਟ੍ਰੇਲਰ ਇਨ ਵਿਨੀਪੈਗ। ਉਹ ਐਡਰੈਸ ਵੀ ਦੱਸ ਦੇ ਹੁਣ। ਯੂਨਿਟ 611 ਵਰਵੇਨ ਡਰਾਈਵ, ਰੋਜ਼ਰ, ਮੈਨੀਟੋਬਾ, ROH 1E0 ਜਾਂ ਤੂੰ repair@boosttrucktrailer.com ਤੇ ਲੌਗਇਨ ਵੀ ਕਰ ਸਕਦਾ ਹੈ। ਉਹ ਚੰਗਾ, ਮੈਂ ਚੱਲਦਾ ਉੱਥੇ। ਉਹ ਸੁਣ ਦੀ ਪੰਜਾਬ ਟਾਕਸ ਦਾ ਰੈਫਰੈਂਸ ਦੇ ਦੀ, $25 ਦਾ ਗਿਫਟ ਕਾਰਡ ਵੀ ਮਿਲੇਗਾ। ਚੰਗਾ। ਬੈਡ ਹੇਅਰ ਡੇ, ਡੋਂਟ ਵਰੀ, ਅਸੀਂ ਤੁਹਾਡੀ ਹਰ ਜ਼ਰੂਰਤ ਨੂੰ ਸਮਝਦੇ ਹਾਂ। ਸ਼ਹਿਰ ਦੀ ਸਭ ਤੋਂ ਵਧੀਆ ਤੇ ਬਜਟ ਫ੍ਰੈਂਡਲੀ ਹੇਅਰ ਸੈਲੂਨ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਮਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਸ ਅੱਜ ਹੇਅਰ ਸਲੂਨ ਤੋਂ। ਸਾਡੇ ਟੈਲੈਂਟਡ ਸਟਾਈਲਿਸਟ ਤੁਹਾਨੂੰ ਆਪਣੀ ਪਸੰਦ ਅਨੁਸਾਰ ਹੇਅਰ ਕੱਟ, ਕਲਰ ਅਤੇ ਸਟਾਈਲ ਦਿੰਦੇ ਨੇ ਜੋ ਤੁਹਾਡੀ ਲੁੱਕ ਨੂੰ ਸੂਟ ਕਰਦਾ ਹੈ। ਇਸ ਲਈ ਸਿਰਫ ਉੱਚ ਗੁਣਵੱਤਾ ਵਾਲੇ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਤੁਹਾਡਾ ਸਟਾਈਲ ਤੇ ਖੂਬਸੂਰਤੀ ਰਹੇ ਹਮੇਸ਼ਾ ਬਰਕਰਾਰ। RJ ਹੇਅਰ ਸਲੂਨ ਤੁਹਾਨੂੰ ਪ੍ਰੋਵਾਈਡ ਕਰਦਾ ਹੈ ਹੇਅਰ ਸਮੂਥਨਿੰਗ, ਕੈਰਾਟਿਨ ਹੇਅਰ ਸਮੂਥਨਿੰਗ, ਕੈਰਾਟਿਨ ਟ੍ਰੀਟਮੈਂਟਸ, ਹੇਅਰ ਕੱਟ, ਹੇਅਰ ਸਪਾਸ, ਕਲਰ ਕਰੈਕਸ਼ਨਸ, ਰੂਟ ਰੀਟੱਚ, ਹਾਈਲਾਈਟਸ, ਬੈਲਿਆਜ। ਇਸੇ ਦੇ ਨਾਲ ਮੈਨਸ ਸੈਕਸ਼ਨ ਦੇ ਵਿੱਚ ਅਸੀਂ ਪ੍ਰੋਵਾਈਡ ਕਰਦੇ ਹਾਂ ਹੇਅਰ ਕੱਟਸ, ਫੇਡਸ, ਸ਼ੇਵ, ਬੀਅਰਡ ਟ੍ਰਿਮਸ ਐਂਡ ਸਪੈਸ਼ਲੀ ਬੀਅਰਡ ਟ੍ਰਿਮਸ ਵਿਦ ਸੀਜ਼ਰ। ਸਾਡੇ ਕੋਲੇ ਸਾਰਾ ਸਟਾਫ ਬਹੁਤ ਹੀ ਕੁਆਲੀਫਾਈਡ ਹੈ। ਸਾਰੀ ਸਰਵਿਸਿਜ਼ ਵੈਕਸਿੰਗ, ਕੈਰਾਟਿਨ, ਸਮੂਥਨਿੰਗ, ਹਾਈਲਾਈਟਸ, ਐਵਰੀਥਿੰਗ ਵੀ ਪ੍ਰੋਵਾਈਡ ਹੇਅਰ। ਅਸੀਂ ਗਾਰੰਟੀ ਦਿੰਦੇ ਹਾਂ ਕਿ ਸੈਲੂਨ ਤੋਂ ਬਾਹਰ ਨਿਕਲਦੇ ਸਾਰ ਤੁਸੀਂ ਮਹਿਸੂਸ ਕਰੋਗੇ ਥੋੜਾ ਜ਼ਿਆਦਾ ਖੂਬਸੂਰਤ, ਥੋੜਾ ਹੋਰ ਜ਼ਿਆਦਾ ਕੌਨਫੀਡੈਂਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਮਨਵੀਰ ਸਿੰਘ ਤੇ ਮੈਂ ਬਰੈਂਪਟਨ ਤੋਂ ਮੂਵ ਹੋਇਆ ਸੀ ਵਿਨੀਪੈਗ ਤੇ ਮੈਂ ਸਰਚ ਕਰਦਾ ਸੀਗਾ ਬੈਸਟ ਹੇਅਰ ਸਲੂਨ ਇਨ ਵਿਨੀਪੈਗ ਤੇ ਮੈਨੂੰ ਪਹਿਲੇ ਨੰਬਰ ਤੇ ਆਇਆ RJ ਹੇਅਰ ਸਲੂਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਤਰੁਣ। ਮੈਂ ਤੁਹਾਨੂੰ ਰეკਮੈਂਡ ਕਰਾਂਗਾ ਕਿ RJ ਹੇਅਰ ਸਲੂਨ ਤੇ ਆਓ ਤੇ ਇੱਥੇ ਤੁਹਾਨੂੰ ਆਪਣੇ ਹਰ ਤਰ੍ਹਾਂ ਦੀ ਹੇਅਰ ਸਟਾਈਲਿੰਗ ਔਰ ਬੀਅਰਡ ਸਟਾਈਲਿੰਗ ਮਿਲ ਜੇਗੀ। Hi, my name is Lindsay. I've been coming to RJ Hair Salon since they opened up 4 years ago and Jazz has always been fantastic with my hair. ਅਸੀਂ ਸਿਰਫ ਹੇਅਰ ਕੱਟ ਨਹੀਂ ਕਰਦੇ ਬਲਕਿ ਤੁਹਾਡੀ ਖੂਬਸੂਰਤੀ ਸੰਵਾਰਦੇ ਹਾਂ ਕਿਉਂਕਿ ਸਾਡਾ ਮੰਨਣਾ ਹੈ ਜਦੋਂ ਤੁਸੀਂ ਖੁਦ ਨੂੰ ਚੰਗੇ ਲੱਗਦੇ ਹੋ ਤਾਂ ਤੁਹਾਨੂੰ ਸਭ ਚੰਗਾ ਲੱਗਦਾ ਹੈ। Your own saloon, your own style. ਤਾਂ ਇਸ ਨਾਲ ਹੀ ਸਾਡੀ ਅਨਦਰ RJ ਹੇਅਰ ਸਲੂਨ ਦੀ ਬ੍ਰਾਂਚ ਓਪਨ ਹੋ ਰਹੀ ਹੈ ਜਿਹਦੀ ਕਿ ਲੋਕੇਸ਼ਨ ਆ 601 ਮਨਰੋ ਐਵੀਨਿਊ। ਤਾਂ ਤੁਸੀਂ ਉੱਥੇ ਵੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਈਸਟ ਦੇ ਵਿੱਚ ਰਹਿੰਦੇ ਕਸਟਮਰਸ ਲਈ ਨੇੜੇ ਆ ਤੇ ਸਾਡਾ ਕੰਟੈਕਟ ਨੰਬਰ ਆ 2049988959। ਆਪਣੇ ਵਾਲਾਂ ਦੀ ਸਕਿਨ ਨੂੰ ਦਿਓ ਇੱਕ ਨਵੀਂ ਪਹਿਚਾਨ। ਅੱਜ ਹੀ ਕਾਲ ਕਰੋ ਜਾਂ ਵਿਜ਼ਿਟ ਕਰੋ RJ ਹੇਅਰ ਸੈਲੂਨ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟਡ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ। ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਤੁਹਾਨੂੰ ਕਾਰ ਰੈਂਟਲ ਵੀ ਦੇਵਾਂਗੇ। ਵੈਨ ਆ, ਟਰੱਕ, SUV, ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਈਪ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਈਪ ਪ੍ਰੋਗਰਾਮ ਆ
ਉਹਦੇ ਵਿੱਚ $2000 ਤੱਕ ਤੁਹਾਨੂੰ MPI ਹੀ ਲੋਨ ਦਿੰਦੀ ਆ ਵਿੰਟਰ ਟਾਇਰ ਪ੍ਰੋਗਰਾਮ ਵਿੱਚ। ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋਬੋਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋਬੋਡੀ 64 ਸੈਲਟਰ ਸਟਰੀਟ, ਵਿਨੀਪੈਗ, MB, ਕੈਨੇਡਾ, ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300। ਕੀ ਤੁਸੀਂ ਆਪਣੇ ਕਾਰੋਬਾਰ ਵਿੱਚ ਟਰਾਂਸਪੋਰਟੇਸ਼ਨ ਲਈ ਇੱਕ ਭਰੋਸੇਯੋਗ ਸਾਥੀ ਦੀ ਭਾਲ ਕਰ ਰਹੇ ਹੋ ਤਾਂ ਤੁਹਾਨੂੰ ਲੋੜ ਹੈ ਮਹਿਤੋਜ ਗਰੁੱਪ ਲਿਮਟਿਡ ਦੀ, ਜੋ ਕਿ ਹਨ ਭਰੋਸੇਮੰਦ, ਕੁਸ਼ਲ ਤੇ ਕਿਫਾਇਤੀ। ਸਾਡੇ ਮਾਹਿਰਾਂ ਦੀ ਟੀਮ ਯਕੀਨੀ ਬਣਾਉਂਦੀ ਹੈ ਕਿ ਤੁਹਾਡੇ ਸਾਮਾਨ ਨੂੰ ਸਮੇਂ ਸਿਰ ਆਪਣੀ ਮੰਜ਼ਿਲ ਤੇ ਪਹੁੰਚਾਇਆ ਜਾ ਸਕੇ। ਸਾਡੇ ਉન્નਤ ਟਰੈਕਿੰਗ ਸਿਸਟਮ ਨਾਲ ਤੁਸੀਂ ਆਪਣੀਆਂ ਕੀਮਤੀ ਚੀਜ਼ਾਂ ਨੂੰ ਟਰੈਕ ਵੀ ਕਰ ਸਕਦੇ ਹੋ। We are a safety-first company with a strong commitment to drivers' well-being. Based in Winnipeg Centreport District, Maitage is a great place to begin your career and take it to new heights. So my name's Rick. I've been working here for several years now. Mostly what we do inside the shop is we do lots of safeties, lots of repairs, brake jobs, and lots of warranty work on the Freightliners. We do lots of servicing inside the shop, trucks, trailers, lots of lighting problems and stuff like that. It's a good company to work for. ਵੇਅਰਹਾਊਸਿੰਗ ਤੇ ਡਿਸਟ੍ਰੀਬਿਊਸ਼ਨ ਤੋਂ ਲੈ ਕੇ ਡਿਲੀਵਰੀ ਤੱਕ ਸਾਡੇ ਕੋਲ ਤੁਹਾਡੀਆਂ ਸਾਰੀਆਂ ਆਵਾਜਾਈ ਲੋੜਾਂ ਨੂੰ ਸੰਭਾਲਣ ਲਈ ਤਜਰਬਾ ਤੇ ਬੁਨਿਆਦੀ ਢਾਂਚਾ ਹੈ। ਲੌਜਿਸਟਿਕਸ ਨੂੰ ਆਪਣੇ ਕਾਰੋਬਾਰ ਨੂੰ ਰੋਕਣ ਨਾ ਦਿਓ। ਸਾਨੂੰ ਭਾਰੀ ਲਿਫਟਿੰਗ ਨੂੰ ਸੰਭਾਲਣ ਦਿਓ ਤਾਂ ਜੋ ਤੁਸੀਂ ਧਿਆਨ ਕੇਂਦਰਿਤ ਕਰ ਸਕੋ ਆਪਣੇ ਕਾਰੋਬਾਰ ਤੇ। ਮਹਿਤੋਜ ਗਰੁੱਪ ਲਿਮਟਿਡ ਨੂੰ ਬਣਾਓ ਆਪਣਾ ਮਦਦਗਾਰ ਤਾਂ ਜੋ ਤੁਸੀਂ ਨਿਸ਼ਚਿਤ ਹੋ ਕੇ ਸੰਭਾਲ ਸਕੋ ਆਪਣਾ ਕਾਰੋਬਾਰ। ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਅੱਜ ਹੀ ਸੰਪਰਕ ਕਰੋ। ਜਦੋਂ US ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਦਾ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ ਫੋਰਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਦਾਰ ਕੰਪਨੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਫੋਰਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। ਫੋਰਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ ਕੈਲੀਫੋਰਨੀਆ ਅਤੇ ਟੈਕਸਸ ਦੇ ਨਾਲ ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ, ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸਟਾਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ, ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੋਰਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੋਰਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੀ ਡਰਾਈਵਰਾਂ, ਵੇਅਰਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੋਰਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ।